ਹੈਲੋ ਗੁੱਡ ਮਾਰਨਿੰਗ ਸਟੂਡੈਂਟ। ਅੱਜ ਅਸੀਂ ਕਰਾਂਗੇ ਪੰਜਾਬੀ ਲੈਕਚਰ ਪੰਜਾਬੀ ਕਵਿਤਾ ਰੂਪਾਕਾਰ ਔਰ ਪਹਿਚਾਣ। ਕਵਿਤਾ ਦੇ ਰੂਪਾਕਾਰ ਔਰ ਪਹਿਚਾਣ ਇਹਦੇ ਵਿੱਚ ਹੈਗਾ ਪੰਜਾਬੀ ਕਵਿਤਾ ਨਾਲ ਮੁੱਢਲੀ ਜਾਣ ਪਹਿਚਾਣ। ਕਿ ਉਹਦੇ ਨਾਲ ਜਾਣ ਪਹਿਚਾਣ ਬਾਰੇ ਪਹਿਲਾਂ ਪੜਾਂਗੇ, ਜਿਹਦੇ ਵਿੱਚ ਜਾਣਕਾਰੀ 'ਚ ਉਹਨਾਂ ਲਿਖਿਆ ਹੈ ਕਿ ਸੱਭਿਆਚਾਰ ਅਤੇ ਸੱਭਿਅਤਾ ਲਈ ਅੰਗਰੇਜ਼ੀ ਵਿੱਚ ਕਲਚਰ ਅਤੇ ਸਿਵਲਾਈਜੇਸ਼ਨ ਸ਼ਬਦ ਵਰਤੇ ਜਾਂਦੇ ਹਨ। ਜੇਨ ਔਰਸ ਨੇ ਸੱਭਿਅਤਾ ਨੂੰ ਜੀਵਨ ਜਾਂਚ ਦੇ ਪਰਿਆਏ ਵਜੋਂ ਸਵੀਕਾਰ ਕੀਤਾ ਹੈ, ਪਰ ਸੱਭਿਆਚਾਰ ਨੂੰ ਸੰਸਕ੍ਰਿਤੀ ਦਾ ਨਾਂ ਦਿੱਤਾ ਜਾਂਦਾ ਹੈ। ਆਂਦਰੇ ਮੁਲਰੇ ਨੇ ਸੱਭਿਆਚਾਰ ਨੂੰ ਮਨੁੱਖ ਦੀ ਕਲਾ, ਦਰਸ਼ਨ, ਸਾਹਿਤ, ਧਰਮ, ਰਾਜਨੀਤੀ ਆਦਿ ਸਾਰੀਆਂ ਗਤੀਵਿਧੀਆਂ ਕਾਰਜਾਂ 'ਚ ਜਮਾ ਫਲ ਜਾਂ ਜੋੜ ਫਲ ਮੰਨਿਆ ਹੈ। ਕਵਿਤਾ ਜਿਹੜੀ ਸਾਡੇ ਮੁੱਢ ਕਦੀਮ ਤੋਂ ਹੀ ਜਿਹੜੀ ਆ ਇਹਦੀ ਜਿਹੜਾ ਇਤਿਹਾਸ ਹੈ ਮੁੱਢ ਕਦੀਮ ਤੋਂ ਹੀ ਚੱਲਦੀ ਆ ਰਹੀ ਆ। ਪੁਰਾਣੇ ਸਮੇਂ ਤੋਂ ਹੀ ਜਿਹੜਾ ਕਵਿਤਾ ਜਿਹੜੀ ਆ ਉਹਦੇ ਬਾਰੇ ਨਾਥਾਂ ਜੋਗੀਆਂ ਤੋਂ ਇਹਦਾ ਸਟਾਰਟਿੰਗ ਹੋਈ ਸੀਗੀ। ਇਹਦੇ ਵਿੱਚ ਕੁਐਸਚਨ ਜਿਹੜਾ 10 ਮਾਰਕਸ ਆਏਗਾ। ਕਵਿਤਾ ਦੇ ਇਤਿਹਾਸਿਕ ਪਿਛੋਕੜ ਬਾਰੇ ਜਾਣਕਾਰੀ ਦਿਓ। ਕਵਿਤਾ ਜਿਹੜੀ ਸਭ ਤੋਂ ਪਹਿਲਾਂ ਜਦੋਂ ਸਟਾਰਟ ਹੋਈ ਸੀ, ਇਹਦਾ ਇਤਿਹਾਸਿਕ 3 ਪੜਾਅ ਸੀਗੇ। ਆਦਿਕਾਲ, ਫਿਰ ਹੈਗਾ ਵਾ ਮੱਧਕਾਲ ਔਰ ਉਸ ਤੋਂ ਬਾਅਦ ਆਉਂਦਾ ਵਾ ਆਧੁਨਿਕ ਕਾਲ। ਆਦਿਕਾਲ ਵਿੱਚ ਕੁਝ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਆ ਕਿ ਕਵਿਤਾ ਦਾ ਜਿਹੜਾ ਆਰੰਭ ਆ ਉਹ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਾਣੀ ਲਿਖੀ ਉਦੋਂ ਤੋਂ ਸ਼ੁਰੂ ਹੋਇਆ। ਕੁਝ ਵਿਦਵਾਨਾਂ ਦਾ ਇਹ ਮੰਨਣਾ ਵਾ ਕਿ ਜਿਹੜੀ ਕਵਿਤਾ ਵਾ ਉਹ ਨਾਥਾਂ ਜੋਗੀਆਂ ਤੋਂ ਸ਼ੁਰੂ ਹੋਈ ਆ। ਜਦੋਂ ਨਾਥਾਂ ਜੋਗੀਆਂ ਦਾ ਸਮਾਂ ਸੀਗਾ 1000 ਈਸਵੀ ਤੋਂ ਹੀ ਇਹ ਜਿਹੜੀ ਕਵਿਤਾ ਜਿਹੜੀ ਇਹ ਸਟਾਰਟ ਹੋ ਗਈਆਂ ਸੀਗੀਆਂ, ਪੁਰਾਣੇ ਸਮੇਂ ਤੋਂ ਹੀ। ਫਿਰ ਵੀ ਆਦਿਕਾਲ ਵਿੱਚ 2-4 ਲਾਈਨਾਂ ਹੈਗੀਆਂ ਵਾ ਜਿਹਦੇ ਤੋਂ ਸਾਨੂੰ ਜਾਣਕਾਰੀ ਮਿਲਦੀ ਆ ਕਿ ਕਵਿਤਾ ਜਿਹੜੀ ਦੀ ਸਟਾਰਟਿੰਗ ਕਿੱਥੋਂ ਸ਼ੁਰੂ ਹੋਈ ਸੀਗੀ। ਕਿਸੇ ਵੀ ਪੇਜ ਨੰਬਰ ਹੈਗਾ 2। ਆਦਿਕਾਲ ਕਿਸੇ ਵੀ ਭਾਸ਼ਾ ਦੇ ਸਾਹਿਤ ਦੇ, ਕਿਉਂਕਿ ਜਿਹੜਾ ਸਾਹਿਤ ਹੈ ਨਾ ਉਹਦੇ ਵਿੱਚ ਕਵਿਤਾਵਾਂ ਵੀ ਆਉਂਦੀਆਂ, ਕਹਾਣੀਆਂ ਵੀ ਆਉਂਦੀਆਂ ਵਾ ਔਰ ਨਾਵਲ, ਨਾਟਕ ਸਾਰਾ ਕੁਝ ਸਾਹਿਤ ਵਿੱਚ ਆਉਂਦਾ। ਇਸ ਕਰਕੇ ਉਹਨਾਂ ਨੇ ਲਿਖਿਆ ਕਿਸੇ ਵੀ ਭਾਸ਼ਾ ਦੇ ਸਾਹਿਤ ਦੇ ਇਤਿਹਾਸਕਾਰ ਲਈ ਉਸ ਭਾਸ਼ਾ ਵਿੱਚ ਲਿਖੀਆਂ ਗਈਆਂ ਰਚਨਾਵਾਂ, ਰਚਨਹਾਰਿਆਂ, ਪ੍ਰਵਿਰਤੀਆਂ ਦੀ ਜਾਣਕਾਰੀ ਹੋਣ ਦੇ ਨਾਲ ਨਾਲ ਉਸ ਸਾਹਿਤ ਨੂੰ ਪ੍ਰਭਾਵਿਤ ਕਰਨ ਵਾਲੀਆਂ ਰਾਜਨੀਤਿਕ, ਸੱਭਿਆਚਾਰਕ, ਭਾਸ਼ਾਈ ਪ੍ਰਸਥਿਤੀਆਂ ਦੀ ਜਾਣਕਾਰੀ ਹੋਣੀ ਵੀ ਲਾਜ਼ਮੀ ਹੈ। ਪ੍ਰਸਥਿਤੀਆਂ ਦਾ ਮਤਲਬ ਹਾਲਾਤ, ਕਿ ਜਿਹੜੀ ਜਦੋਂ ਅਸੀਂ ਕਵਿਤਾਵਾਂ ਪੜ੍ਹਦੇ ਆ ਨਾ ਤੇ ਉਹਦੇ ਵਿੱਚ ਸਾਨੂੰ ਉਸ ਸਮੇਂ ਦੇ ਹਾਲਾਤਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਜਿਵੇਂ ਕਿ ਉਸ ਸਮੇਂ ਦੀ ਰਾਜਨੀਤਿਕ ਹਾਲਤ ਕਿਵੇਂ ਦੀ ਸੀ, ਧਾਰਮਿਕ ਧਰਮ ਕਿਹੜੇ ਧਰਮਾਂ ਦਾ ਬੋਲਬਾਲਾ ਸੀ, ਯਾਨੀ ਕਿ ਧਾਰਮਿਕ ਤੌਰ ਤੇ ਵੀ ਸਾਨੂੰ ਜਾਣਕਾਰੀ ਮਿਲਦੀ ਆ ਔਰ ਉਸ ਸਮੇਂ ਦੇ ਕਲਚਰ ਦਾ ਵੀ ਸਾਨੂੰ ਪਤਾ ਲੱਗਦਾ। ਜਿਵੇਂ ਸਪੋਜ਼ਿਟ ਕਿ ਜਿਸ ਤਰ੍ਹਾਂ ਮੰਨ ਲਓ ਕੋਈ ਕਵਿਤਾ ਆਪਾਂ ਪੜ੍ਹਦੇ, ਉਹਦੇ ਵਿੱਚ ਜਿਹੜੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਜਾਂ ਜਿਹੜੇ ਹਾਲਾਤਾਂ ਦਾ ਜ਼ਿਕਰ ਕੀਤਾ, ਉਹਨਾਂ ਹਾਲਾਤਾਂ ਬਾਰੇ ਸਾਨੂੰ ਅੱਜ ਵੀ ਜਾਣਕਾਰੀ ਮਿਲ ਜਾਂਦੀ ਆ। ਪੰਜਾਬੀ ਸਾਹਿਤ ਦੀਆਂ ਸਾਰੀਆਂ ਉੱਤਰੀ ਭਾਰਤ ਭਾਸ਼ਾਵਾਂ ਸਾਹਿਤ ਨਾਲੋਂ ਪੁਰਾਣੀਆਂ ਹਨ, ਪਰ ਕਾਫੀ ਸਮੇਂ ਤੋਂ ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਤੇ ਵਿਦਵਾਨ ਪੰਜਾਬੀ ਸਾਹਿਤ ਦੀ ਗੁਰੂ ਨਾਨਕ ਦੇਵ ਪੰਜਾਬੀ ਸਾਹਿਤ ਦਾ ਆਰੰਭ ਜਿਹੜਾ ਵਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋਂ ਹੀ ਹੋਇਆ ਮੰਨਦੇ ਨੇ। ਇਹਦੇ ਵਿੱਚ ਵੀ ਲਾਈਨ ਆ ਗਈ ਜਿਹੜੀ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਦੱਸ ਦਿੱਤਾ ਹੈ ਕਿ ਕੁਝ ਵਿਦਵਾਨ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਾਣੀ ਲਿਖੀ ਉਹਦੇ ਤੋਂ ਕਵਿਤਾਵਾਂ ਦੀ ਸਟਾਰਟਿੰਗ ਹੋਈ ਆ। ਇੱਥੋਂ ਤੱਕ ਕਿ ਬਾਬਾ ਫਰੀਦ ਨੂੰ ਵੀ ਗੁਰੂ ਸਾਹਿਬ ਦਾ ਸਮਕਾਲੀ ਸਾਹਿਤ ਹੀ ਸਮਝਿਆ ਜਾਂਦਾ ਹੈ। ਤੇ ਉਹ ਵਿਦਵਾਨ ਇਹ ਵੀ ਮੰਨਦੇ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ, ਉਹਦੇ ਨਾਲ ਨਾਲ ਬਾਬਾ ਫਰੀਦ ਜੀ ਵੀ ਉਹਨਾਂ ਦੇ ਸਮੇਂ ਦੇ ਕਵੀ ਹੈਗੇ ਨੇ। ਉਹਨਾਂ ਨੇ ਸੂਫੀ ਮਤ ਬਾਰੇ ਜਿੰਨੀਆਂ ਕਵਿਤਾਵਾਂ ਲਿਖੀਆਂ ਉਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਲਿਖੀਆਂ ਸੀਗੀਆਂ। ਉਸ ਤੋਂ ਅੱਗੇ ਇੱਥੋਂ ਤੱਕ ਕਿ ਬਾਬਾ ਫਰੀਦ ਨੂੰ ਗੁਰੂ ਸਾਹਿਬ ਦਾ ਸਮਕਾਲੀ ਹੀ ਸਮਝਿਆ ਜਾਂਦਾ। ਇਹ ਤਾਂ 1931 ਵਿੱਚ ਡਾਕਟਰ ਮੋਹਨ ਸਿੰਘ ਦੀਵਾਨਾ ਦੀ ਖੋਜ ਨੇ ਸਿੱਧ ਕਰ ਦਿੱਤਾ। ਇੱਕੋ ਵਿਦਵਾਨ ਆ ਡਾਕਟਰ ਮੋਹਨ ਸਿੰਘ ਜੀ, ਜਿਨ੍ਹਾਂ ਨੇ ਇਹ ਕਿਹਾ ਸੀਗਾ ਕਿ ਨਹੀਂ, ਪੰਜਾਬੀ ਕਵਿਤਾਵਾਂ ਜਿਹੜੀਆਂ ਨੇ ਇਹ 8ਵੀਂ ਸਦੀ ਤੋਂ ਹੀ ਸਟਾਰਟ ਹੋ ਗਈਆਂ। ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਤੇ ਜਿਹੜਾ ਜਨਮ 1469 ਨੂੰ ਮੰਨਿਆ ਜਾਂਦਾ, ਬਟ ਉਹਨਾਂ ਦਾ ਕਹਿਣਾ ਸੀਗਾ ਮੋਹਨ ਸਿੰਘ ਦੀਵਾਨਾ ਦਾ ਕਿ ਇਹ ਜਿਹੜੀਆਂ ਕਵਿਤਾਵਾਂ ਨੇ ਇਹ 8ਵੀਂ ਸਦੀ ਤੋਂ ਹੀ ਇਹਨਾਂ ਦਾ ਆਰੰਭ ਹੋ ਗਿਆ ਸੀ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ 12ਵੀਂ-13ਵੀਂ ਸਦੀ ਵਿੱਚ ਹੋਏ ਬਾਬਾ ਫਰੀਦ ਸ਼ੱਕਰਗੰਜ ਦੀ ਹੈ। ਕੁਝ ਵਿਦਵਾਨ ਪੰਜਾਬੀ ਸਾਹਿਤ ਕਾਲ ਨਿਰਧਾਰਤ ਕਰਨਾ ਕਾਫੀ ਕਠਿਨ ਸਮਝਦੇ ਹਨ ਤੇ ਕੁਝ ਵਿਦਵਾਨ ਕਹਿੰਦੇ ਆ ਕਿ ਨਹੀਂ, ਇਹਨਾਂ ਦੀ ਸਟਾਰਟਿੰਗ ਜਿਹੜੀ 1000 ਈਸਵੀ ਤੋਂ ਸ਼ੁਰੂ ਹੋਈ ਹੈ। ਇਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਮਤਭੇਦ ਆ। ਆਪਾਂ ਇਹਦੇ ਬਾਰੇ ਕੁਝ ਵੀ ਇਸ ਤਰ੍ਹਾਂ ਲਿਖ ਸਕਦੇ ਆ ਕਿ ਇਹਨਾਂ ਦਾ ਜਿਹੜਾ ਆਦਿਕਾਲ ਆ, ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ 8ਵੀਂ ਸਦੀ ਤੋਂ ਸਟਾਰਟਿੰਗ ਹੋਈ ਆ, ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਨਹੀਂ, 1000 ਸਦੀ ਤੋਂ ਇਹ ਜਿਹੜੀਆਂ ਕਵਿਤਾਵਾਂ ਦਾ ਆਰੰਭ ਹੋਣਾ ਸ਼ੁਰੂ ਹੋਇਆ ਵਾ। ਤੇ ਕੁਝ ਵਿਦਵਾਨ ਕਹਿੰਦੇ ਕਿ ਇਹਨਾਂ ਦਾ ਸਮਾਂ ਜਿਹੜਾ ਵਾ ਲਾਸਟ ਵਿੱਚ ਜਿਹੜੀਆਂ 4 ਲਾਈਨਾਂ ਆਦਿਕਾਲ ਦੀਆਂ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਦਿਕਾਲ, ਪੂਰਵ ਕਾਲ, ਨਾਥ ਜੋਗੀਆਂ ਦਾ ਸਮਾਂ, ਪੂਰਵ ਮੁਗਲ ਕਾਲ ਜਾਂ ਤੁਰਕ ਪਠਾਨਾਂ ਦਾ ਸਮਾਂ ਕਿਹਾ ਜਾਂਦਾ। ਇਹ ਦੋ ਲਾਈਨਾਂ ਵੈਰੀ ਇੰਪੋਰਟੈਂਟ ਆ ਕਿ ਉਹਨਾਂ ਦਾ ਮੰਨਣਾ ਹੈ ਕਿ ਨਾਥ ਜੋਗੀਆਂ ਦਾ ਸਮਾਂ,
ਜਿਹੜਾ ਪੂਰਵ ਮੁਗਲ ਕਾਲ ਸੀਗਾ, ਪੂਰਵ ਮੁਗਲ ਕਾਲ ਤੇ ਮੁਗਲ ਕਾਲ ਤੋਂ ਪਹਿਲੇ ਦਾ ਸਮਾਂ ਔਰ ਤੁਰਕ ਪਠਾਨਾਂ ਦਾ ਸਮਾਂ ਜਿਹੜਾ ਉਹ ਰਿਹਾ ਇਹਨਾਂ ਕਵਿਤਾਵਾਂ ਦੇ ਵਿੱਚ। ਅੱਗੇ ਆ ਗਿਆ ਮੱਧਕਾਲ। ਮੱਧਕਾਲ ਦਾ ਜਿਹੜਾ ਸਮਾਂ ਵਾ ਉਹ 1173 ਤੋਂ ਲੈ ਕੇ 1900 ਈਸਵੀ ਤੱਕ ਦਾ ਮੰਨਿਆ ਜਾਂਦਾ। ਮੱਧਕਾਲ ਵਿੱਚ ਵਿਦਵਾਨਾਂ ਨੇ ਜਿਹੜੇ ਆ ਦੋ ਖੰਡ ਕੀਤੇ, ਇੱਕ ਪਰੰਪਰਾਵਾਦੀ ਕਾਲ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਮਿਲਦਾ ਸੀ, ਇੱਕ ਹੈਗਾ ਪਰਿਵਰਤਨ ਕਾਲ ਜਿਹੜਾ ਕਿ 1840 ਤੋਂ ਲੈ ਕੇ 1900 ਈਸਵੀ ਤੱਕ ਚੱਲਦਾ ਹੈ। ਇਹਦੇ ਵਿੱਚ ਆਪਾਂ ਸਿਰਫ ਇਹਦੇ ਵਿੱਚ ਇਹੀ ਦੱਸਣਾ ਵਾ ਕਿ ਇਹ ਕਾਲ ਦਾ ਟਾਈਮ ਦੱਸਣਾ ਕਿ ਇੰਨਾ ਟਾਈਮ ਆ ਮੱਧਕਾਲ ਵਿੱਚ। ਇਹਦੇ ਵਿੱਚ ਜਿਹੜੀਆਂ ਪੁਰਾਣੀਆਂ ਆਦਿਕਾਲ ਦੀਆਂ ਕਵਿਤਾਵਾਂ ਸੀਗੀਆਂ ਉਹਨਾਂ ਦੇ ਵਿੱਚ ਹੋਰ ਇੰਪਰੂਵਮੈਂਟ ਹੋਈ ਸੀ, ਯਾਨੀ ਕਿ ਹੋਰ ਇਹਨਾਂ ਨੂੰ ਲਿਖਿਆ ਗਿਆ ਤੇ ਆਪਣੇ ਆਪਣੇ ਤਰੀਕੇ ਨਾਲ ਕਵੀਆਂ ਨੇ ਲਿਖਿਆ। ਜਿਵੇਂ ਕਿ ਇਹਦੇ ਵਿੱਚ ਸੁਲਤਾਨ ਬਾਹੂ ਦਾ ਵੀ ਜ਼ਿਕਰ ਆਉਂਦਾ ਵਾ। ਸੁਲਤਾਨ ਬਾਹੂ ਇੱਕ ਸੂਫੀ ਕਵੀ ਸੀਗਾ ਜਿਨਨੇ ਕਿ ਕਵਿਤਾਵਾਂ ਲਿਖੀਆਂ ਸੂਫੀ, ਯਾਨੀ ਕਿ ਪਰਮਾਤਮਾ ਦੀ ਭਗਤੀ ਉਹਨੇ ਆਪਣੀਆਂ ਕਵਿਤਾਵਾਂ ਰਾਹੀਂ ਜ਼ਾਹਰ ਕੀਤੀ ਆ। ਜੇ ਰੱਬ ਮਿਲਦਾ ਤੀਰਥ ਨਾ ਆ, ਮਿਲਦਾ ਡੱਡੂਆਂ ਮੱਛੀਆਂ ਹੂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸੁਲਤਾਨ ਬਾਹੂ ਦੀ ਲਿਖੀ ਹੋਈ ਆ। ਔਰ ਇਹਦੇ ਵਿੱਚ 2 ਮਾਰਕਸ ਦਾ ਕੁਐਸਚਨ ਦਾ ਕੇਂਦਰੀ ਭਾਵ ਵੀ ਆ ਜਾਂਦਾ ਹੁੰਦਾ, ਬਾਹੂ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਅੱਛੀਆਂ ਹੋ। ਇਹ ਸਾਰਾ ਮੱਧਕਾਲ ਦਾ ਵੇਰਵਾ। ਇਹਦੇ ਵਿੱਚ 2-4 ਲਾਈਨਾਂ ਇਹ ਆਪਾਂ ਲਿਖਣੀਆਂ, ਇਸ ਤੋਂ ਅੱਗੇ ਜ਼ਰੂਰਤ ਨਹੀਂ ਪੈਣੀ ਕਿਉਂਕਿ 10 ਮਾਰਕਸ ਦਾ ਕੁਐਸਚਨ ਕਾਫੀ ਸਾਨੂੰ ਮਟੀਰੀਅਲ ਮਿਲ ਜਾਂਦਾ ਆਦਿਕਾਲ ਵਿੱਚ ਹੀ। ਆਧੁਨਿਕ ਕਾਲ। ਆਧੁਨਿਕ ਕਾਲ ਦਾ ਜਿਹੜਾ ਸਮਾਂ ਵਾ ਉਹ ਅੰਗਰੇਜ਼ਾਂ ਦਾ ਕਾਲ ਮੰਨਿਆ ਜਾਂਦਾ ਕਿ ਜਦੋਂ ਅੰਗਰੇਜ਼ ਸਾਡੇ ਭਾਰਤ ਵਿੱਚ ਆਏ ਸੀ ਤੇ ਉਹਨਾਂ ਨੇ ਸਾਡੇ ਦੇਸ਼ ਦੀ ਜਿਹੜੀ ਰਾਜਨੀਤਿਕ ਤੇ ਧਾਰਮਿਕ ਹਾਲਾਤ ਜਿਹੜੇ ਸੀ ਉਹ ਮਾੜੇ ਕਰ ਦਿੱਤੇ ਸੀ, ਜਿਵੇਂ ਕਿ ਉਹਨਾਂ ਨੇ ਸਾਡੇ ਦੇਸ਼ ਨੂੰ ਗੁਲਾਮ ਬਣਾ ਰਿਹਾ ਸੀ। ਉਸ ਸਮੇਂ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਆਧੁਨਿਕ ਕਾਲ ਵਿੱਚ ਆਉਂਦੀਆਂ, ਜਿਵੇਂ ਕਿ ਅੰਮ੍ਰਿਤਾ ਪ੍ਰੀਤਮ ਨੇ ਵੀ ਆਧੁਨਿਕ ਕਾਲ ਦੀ ਇੱਕ ਹੈਗੀ ਆ ਕਵਿਤਰੀ ਆ ਜਿਨ੍ਹਾਂ ਨੇ ਲਿਖਿਆ ਸੀਗਾ ਪੰਜਾਬ ਦੀ ਵੰਡ ਸਮੇਂ ਜਦੋਂ ਉਹਨਾਂ ਨੇ ਉਹਨਾਂ ਹਾਲਾਤਾਂ ਨੂੰ ਦੇਖਿਆ ਤੇ ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਸੀ ਪੰਜਾਬ ਦੇ ਉੱਤੇ। ਇਹ ਅੰਗਰੇਜ਼ਾਂ ਦਾ ਸਮਾਂ ਆਧੁਨਿਕ ਕਾਲ ਜਿਹੜਾ ਵਾ। ਆਧੁਨਿਕ ਕਾਲ ਦੀ ਜਿਹੜੀ ਸਦੀ 1901 ਤੋਂ ਮੰਨੀ ਜਾਂਦੀ ਹੈ ਔਰ ਅੱਜ ਤੱਕ ਜਿਹੜਾ ਆਧੁਨਿਕ ਕਾਲ ਹੀ ਚੱਲ ਰਿਹਾ ਹੈ। ਇਹਦੇ ਵਿੱਚ 2-4 ਲਾਈਨਾਂ ਮੈਂ ਰੀਡ ਕਰ ਦਾਂਗੀ ਤੁਹਾਨੂੰ। ਆਧੁਨਿਕ ਕਾਲ ਪੇਜ ਨੰਬਰ 3। ਆਧੁਨਿਕ ਕਾਲ 1901 ਈਸਵੀ ਤੋਂ ਅੱਜ ਤੱਕ ਦੇ ਕਾਲ ਨੂੰ ਮੰਨਿਆ ਗਿਆ ਹੈ। ਪੰਜਾਬ ਵਿੱਚ ਆਧੁਨਿਕ ਕਾਲ ਦਾ ਆਰੰਭ ਅਤੇ ਆਧੁਨਿਕ ਵਿਚਾਰਧਾਰਾ ਦਾ ਪ੍ਰਵੇਸ਼ ਇੱਥੋਂ ਦੇ ਸਮਾਜ ਅਤੇ ਚੇਤਨਾ ਦੇ ਸਹਿਜ ਵਿਕਾਸ ਦਾ ਸਿੱਟਾ ਨਹੀਂ ਸਗੋਂ ਇਹ ਬਸਤੀਵਾਦ ਦੀ ਦੇਣ ਹੈ। ਯਾਨੀ ਕਿ ਜਦੋਂ ਅੰਗਰੇਜ਼ਾਂ ਨੇ ਸਾਡੇ ਇੱਥੇ ਬਸਤੀਆਂ ਵਸਾਈਆਂ ਸੀਗੀਆਂ ਉਦੋਂ ਦੀ ਇਹ ਦੇਣ ਆ। ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ਾ ਕਰ ਲੈਣ ਨਾਲ ਆਧੁਨਿਕਤਾ ਦਾ ਆਰੰਭ ਹੁੰਦਾ ਹੈ, ਪਰ ਇੱਥੇ ਇਹ ਸਪਸ਼ਟ ਕਰ ਦੇਣਾ ਯੋਗ ਹੋਵੇਗਾ ਕਿ ਕਿਸੇ ਧਰਤੀ ਉੱਪਰ ਫੌਜੀ ਪੱਖ ਤੋਂ ਰਾਤੋਂ ਰਾਤ ਕਬਜ਼ਾ ਕਰਕੇ ਉਸਨੂੰ ਆਪਣੇ ਰਾਜਸੀ ਪ੍ਰਬੰਧ ਅਧੀਨ ਲਿਆਂਦਾ ਜਾ ਸਕਦਾ ਹੈ, ਪਰ ਉਸ ਧਰਤੀ ਦੇ ਰਹਿਣ ਵਾਲਿਆਂ ਦੀ ਮਾਨਸਿਕਤਾ ਨੂੰ ਰਾਤੋਂ ਰਾਤ ਬਦਲਿਆ ਨਹੀਂ ਜਾ ਸਕਦਾ। ਯਾਨੀ ਕਿ ਅੰਗਰੇਜ਼ਾਂ ਨੇ ਰਾਜ ਤੇ ਜ਼ਰੂਰ ਆਪਣਾ ਲਿਆਂਦਾ ਸੀ, ਬਟ ਇੱਥੋਂ ਦੇ ਲੋਕਾਂ ਦੀ ਜਿਹੜੀ ਮਾਨਸਿਕ ਹਾਲਤ ਹੀ, ਯਾਨੀ ਕਿ ਆਪਣੇ ਕਲਚਰ ਨੂੰ ਨਹੀਂ ਉਹ ਫੈਲਾ ਸਕਦੇ। ਕਲਚਰ ਭਾਰਤ ਦੇ ਲੋਕਾਂ ਨੂੰ ਆਪਣਾ ਹੀ ਵਧੀਆ ਲੱਗਦਾ ਸੀ, ਉਹਨਾਂ ਦੀ ਮਾਨਸਿਕਤਾ ਜਿਹੜਾ ਉਹਨਾਂ ਦਾ ਮਾਈਂਡ ਸੀ ਉਹਨੂੰ ਚੇਂਜ ਨਹੀਂ ਉਹ ਕਰ ਪਾਏ। ਇਹਦੇ ਵਿੱਚ ਕਵਿਤਾ ਇੱਕ ਉਹਨਾਂ ਨੇ ਜ਼ਿਕਰ ਕੀਤਾ ਹੈ ਜਿਹੜਾ ਕਿ ਕਵਿਤਾਵਾਂ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸੀਂ ਤਾਂ ਗੱਲ ਵੱਖਰੀ ਪਾਈ। ਇਹ ਆਧੁਨਿਕ ਕਾਲ ਦੀ ਕਵਿਤਾ ਵਾ। ਇਹਦੇ ਵਿੱਚੋਂ 2 ਲਾਈਨਾਂ ਆਪਾਂ ਅੰਡਰਲਾਈਨ ਕਰ ਲੈਂਦੇ ਹਾਂ, ਬਾਕੀ ਤੁਹਾਨੂੰ ਅੱਗੇ ਜਾ ਕੇ ਕਵਿਤਾਵਾਂ ਦੇ ਵਿੱਚ ਮਿਲ ਜਾਣਾ ਹੈ। ਇਹ ਸਾਡਾ ਆਧੁਨਿਕ ਕਾਲ ਸੀ। ਆਪਾਂ ਸਿੰਪਲ ਹੀ ਲਿਖਣਾ ਹੈ ਕਿ ਆਧੁਨਿਕ ਕਾਲ ਜਿਹੜਾ ਅੰਗਰੇਜ਼ਾਂ ਦੇ ਸਮੇਂ ਦੇ ਕਾਲ ਨੂੰ ਕਿਹਾ ਜਾਂਦਾ ਔਰ 1901 ਤੋਂ ਸ਼ੁਰੂ ਹੋ ਕੇ ਅੱਜ ਤੱਕ ਇਹ ਕਾਲ ਚੱਲ ਰਿਹਾ ਹੈ। ਅੱਗੇ ਆ ਗਿਆ ਕਵਿਤਾ ਬਾਰੇ ਮੱਤ, ਜਾਂ ਇਹਦੇ ਵਿੱਚ ਆਪਾਂ ਕੁਐਸਚਨ ਅੰਡਰਲਾਈਨ ਕਰਾਂਗੇ ਕਿ ਕਵਿਤਾ ਦੀ ਪਰਿਭਾਸ਼ਾ। 2 ਮਾਰਕਸ ਦਾ ਕੁਐਸਚਨ ਵੀ ਆਉਂਦਾ ਔਰ ਜਿਹੜਾ 10 ਮਾਰਕਸ ਦਾ ਮੈਂ ਪਹਿਲੇ ਦੱਸ ਚੁੱਕੀ ਹਾਂ ਕਿ ਉਹ ਆਉਣਾ ਵਾ ਕਵਿਤਾ ਦੇ ਇਤਿਹਾਸਿਕ ਪਿਛੋਕੜ ਬਾਰੇ ਜਾਣਕਾਰੀ ਦਿਓ। ਕਵਿਤਾ ਦੇ ਮੱਤ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਪਰਿਭਾਸ਼ਾਵਾਂ ਦਿੱਤੀਆਂ ਨੇ, ਜਿਵੇਂ ਕਿ ਕਾਰਲਾਈਲ ਨੇ ਸੰਗੀਤ ਪੂਰਨ ਵਿਚਾਰਾਂ ਨੂੰ ਕਵਿਤਾ ਮੰਨਿਆ ਹੈ। ਹੇਜ਼ਲਿਟ ਜਿਹੜਾ ਕਵੀ ਸੀ ਉਹਨੇ ਕਿਹਾ ਕਿ ਕਵਿਤਾ ਕਲਪਨਾ ਤੇ ਭਾਵਾਂ ਦੀ ਭਾਸ਼ਾ ਹੈ, ਯਾਨੀ ਕਿ ਉਹਨਾਂ ਦਾ ਕਹਿਣ ਦਾ ਭਾਵ ਕਿ ਬਹੁਤ ਸਾਰਾ 99% ਜਾਂ ਬਹੁਤ ਸਾਰੇ ਹੱਦ ਤੱਕ ਕਵੀ ਜਿਹੜਾ ਕਲਪਨਾ ਹੀ ਹੁੰਦੀ ਉਹਦੀ ਕਵਿਤਾਵਾਂ ਦੇ ਵਿੱਚ, ਔਰ ਨਾਲ ਦੇ ਨਾਲ ਉਹਦੀ ਆਪਣੀ ਭਾਸ਼ਾ ਫੀਲਿੰਗਸ ਵੀ ਹੁੰਦੀਆਂ, ਯਾਨੀ ਕਿ ਭਾਵਨਾਵਾਂ ਵੀ ਹੁੰਦੀਆਂ ਨੇ। ਉਸ ਤੋਂ ਅੱਗੇ ਹੈਗੇ ਸੀਗੇ ਕਵਿਤਾ ਦੀ ਪ੍ਰਕਿਰਤੀ ਵਿੱਚ ਵੀ ਇੱਕ ਪਰਿਭਾਸ਼ਾ ਆਉਂਦੀ ਆ ਪੇਜ ਨੰਬਰ 4। ਜੇ ਕਵਿਤਾ ਦੀ ਪ੍ਰਕਿਰਤੀ ਆ ਜੇ ਤੇ ਉਹਦੇ ਵਿੱਚ ਵੀ ਆਪਾਂ ਪਰਿਭਾਸ਼ਾਵਾਂ ਲਿਖ ਦੇਣੀਆਂ ਔਰ ਨਾਲ ਕਵਿਤਾ ਦੀ ਥੋੜੀ ਜਿਹੀ ਪ੍ਰਕਿਰਤੀ ਦੱਸ ਦੇਣੀ ਕਿ ਕਵਿਤਾ ਜਿਹੜੀਆਂ ਕਿਸ ਤਰ੍ਹਾਂ ਇਹਨਾਂ ਦਾ ਆਰੰਭ ਹੋਇਆ। ਪ੍ਰੋਫੈਸਰ ਪੂਰਨ ਸਿੰਘ ਦੀ ਵੈਰੀ ਇੰਪੋਰਟੈਂਟ ਪਰਿਭਾਸ਼ਾ ਵਾ। ਪ੍ਰੋਫੈਸਰ ਪੂਰਨ ਸਿੰਘ ਅਨੁਸਾਰ ਪਿਆਰ ਵਿੱਚ ਮੋਏ ਹੋਏ ਬੰਦਿਆਂ ਦੇ ਮਿੱਠੇ ਬਚਨ ਜਿਹੜੇ ਉਹ ਕਵਿਤਾ ਹਨ। ਕਵਿਤਾ ਦਾ ਰੰਗ ਆਪ ਮੁਹਾਰਾ ਆਉਂਦਾ ਹੈ। ਇਹ ਆਨੰਦ ਦੀ ਦ੍ਰਿਵਤਾ ਵਿੱਚ ਘੁਲਿਆ ਕੋਈ ਅਲਾਪ ਹੈ ਤੇ ਉਹ ਕਈ ਸਦੀਆਂ ਵਿੱਚ ਇੱਕ ਵਾਰੀ ਇੱਕ ਅਚੰਭਾ ਕਰ ਦੇਣ ਵਾਲੀ
ਅਤੇ ਸੁੱਤਿਆਂ ਦੀ ਰੂਹ ਜਗਾਉਣ ਵਾਲੀ ਕੋਈ ਇਲਾਹੀ ਸੁਰ ਦੀ ਸ਼ੇਰ ਹੈ। ਇਹ ਉਹ ਦਿਲ ਨੂੰ ਖਿੱਚ ਪਾਉਂਦੀ ਹੈ। ਉਹ ਝਟਕਾ ਕੇ ਸੁਰਤ ਨੂੰ ਮਾਮੂਲੀ ਧਰਤੀ ਤੋਂ ਉਠਾ ਕੇ ਉੱਚਾ ਕਰਕੇ ਅਣਡਿੱਠੇ ਗਗਨਾਂ ਉੱਚੇ ਚਮਕਦੇ ਗਗਨਾਂ ਵਿੱਚ ਸਥਿਤੀ ਦੇ ਦਿੰਦੀ ਹੈ। ਯਾਨੀ ਕਿ 2 ਲਾਈਨਾਂ ਵਿੱਚ ਇਹਨਾਂ ਦੀ ਆਪਾਂ ਪਰਿਭਾਸ਼ਾ ਸਿਰਫ ਲਿਖਣੀ ਆ ਕਿ ਮਿੱਠੇ ਬਚਨ ਹਨ, ਯਾਨੀ ਕਿ ਪਿਆਰ ਵਿੱਚ ਮੋਏ ਬੰਦਿਆਂ ਦੇ ਮਿੱਠੇ ਬਚਨ ਕਵਿਤਾ ਹਨ। ਪ੍ਰੋਫੈਸਰ ਪੂਰਨ ਸਿੰਘ ਦੀ ਵੀ ਕਈ ਵਾਰ ਸਪੈਸ਼ਲ ਵਿਦਵਾਨ ਦਾ ਨਾਮ ਲੈ ਕੇ ਵੀ ਕੁਐਸਚਨ ਪੁੱਛ ਲੈਂਦੇ ਆ ਕਿ ਪ੍ਰੋਫੈਸਰ ਪੂਰਨ ਸਿੰਘ ਦੀ ਬਾਰੇ ਦੱਸੋ, ਉਹਨਾਂ ਨੇ ਕਵਿਤਾ ਬਾਰੇ ਕੀ ਪਰਿਭਾਸ਼ਾ ਦਿੱਤੀ ਆ। ਤੇ ਉਹਨਾਂ ਦੀ ਪਰਿਭਾਸ਼ਾ ਵੀ ਇਸੇ ਪੇਜ ਤੇ ਆ, ਪੇਜ ਨੰਬਰ 4। ਸੱਚ ਕਿ ਉਹਨਾਂ ਦਾ ਕਹਿਣਾ ਵਾ ਕਿ ਕਵਿਤਾ ਇੱਕ ਸੂਖਮ ਕਲਾ ਹੈ ਜੋ ਮੁੱਢ ਕਦੀਮ ਤੋਂ ਮਨੁੱਖੀ ਭਾਵਨਾਵਾਂ ਨੂੰ ਸਾਹਿਤਿਕ ਅਤੇ ਕਲਪਨਾਤਮਕ ਢੰਗ ਨਾਲ ਪ੍ਰਗਟ ਕਰਦੀ ਆਈ ਹੈ। ਉਹਨਾਂ ਦੇ ਕਹਿਣ ਦਾ ਭਾਵ ਕਿ ਮਨੁੱਖੀ ਭਾਵਨਾਵਾਂ ਤੇ ਉਹਦੀਆਂ ਕਲਪਨਾ ਜਿਹੜੀ ਆ ਉਹ ਹੀ ਕਵਿਤਾ ਹੁੰਦੀ ਆ। ਇਸ ਤੋਂ ਅੱਗੇ ਆ ਗਿਆ, ਇਹ 2 ਕੁਐਸਚਨ ਇੰਪੋਰਟੈਂਟ ਸੀਗੇ। ਨੈਕਸਟ ਚੈਪਟਰ ਤੇ ਆਪਾਂ ਚੱਲ ਜਾਾਂਗੇ, ਇਕਾਈ 2। ਇਕਾਈ 2 ਜਿਹਦੇ ਵਿੱਚ ਉਹਨਾਂ ਨੇ ਕਾਵਿ ਦੀ ਵਿਉਂਤਪਤੀ, ਕਵਿਤਾ ਦੀ ਪਰਿਭਾਸ਼ਾ, ਕਵਿਤਾ ਦੇ ਤੱਤ, ਕਵਿਤਾ ਦੇ ਪ੍ਰਕਾਰ, ਕਵਿਤਾ ਦੇ ਪ੍ਰਯੋਜਨ, ਕਾਵਿ ਰੂਪਾਕਾਰ ਇਹ ਦੱਸੇ ਹੋਏ ਨੇ। ਬਟ ਇਹਦੇ ਵਿੱਚ 2 ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈ। ਇੱਕ ਕਵਿਤਾ ਦੀ ਪਰਿਭਾਸ਼ਾ ਜਿਹੜੀ ਕਿ ਮੈਂ ਤੁਹਾਨੂੰ ਫਸਟ ਇਕਾਈ ਵਿੱਚ ਦੱਸ ਚੁੱਕੀ ਆ, ਔਰ ਬਾਅਦ ਵਿੱਚ ਆਉਣਾ ਕਵਿਤਾ ਦੇ ਤੱਤ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ, 10 ਮਾਰਕਸ ਆ। ਕਵਿਤਾ ਦੇ ਪ੍ਰਕਾਰ ਵੈਰੀ ਵੈਰੀ ਇੰਪੋਰਟੈਂਟ। ਇਕਾਈ 2 ਇਹਦੇ ਵਿੱਚ ਉਹਨਾਂ ਨੇ ਲਿਖਿਆ ਹੈ, ਸਭ ਤੋਂ ਪਹਿਲਾਂ ਹੀ ਕਵਿਤਾ ਦੀ ਵਿਉਂਤਪਤੀ ਬਾਰੇ 2 ਲਾਈਨਾਂ ਪੜ੍ਹ ਲਾਂਗੇ। ਵਿਉਂਤਪਤੀ ਤੋਂ ਸਾਡਾ ਭਾਵ ਕਿ ਕਾਵਿ ਸ਼ਬਦ ਦੀ ਬਣਤਰ ਅਤੇ ਉਸਦੀ ਨੀਂਹ, ਉਸਦੇ ਮੁੱਢਲੇ ਅਰਥ ਤੇ ਉਸਦੇ ਪ੍ਰਯੋਗ ਬਾਰੇ ਹੈ। ਕਾਵਿ ਦਾ ਅੰਗਰੇਜ਼ੀ ਪਰਾਏ ਪੋਇਟਰੀ ਹੈ। ਕਵੀ ਪੋਇਟ ਹੈ। ਕਵਿਤਾ ਦਾ ਕਾਵਿ ਸ਼ਬਦ ਸੰਸਕ੍ਰਿਤ ਭਾਸ਼ਾ ਤੋਂ ਨਿਕਲਿਆ ਹੈ। ਬਸ ਇੰਨਾ ਕਿ ਇਹਦੇ ਵਿੱਚ ਲਿਖਾਂਗੇ ਕਿ ਕਵਿਤਾ ਦਾ ਵਿਉਂਤਪਤੀ ਦਾ ਕੁਐਸਚਨ ਆ ਸਕਦਾ, ਜਾਂ ਆਪਾਂ ਦੀ ਥੋੜੀ ਡਿਟੇਲ ਦੇਣ ਵਾਸਤੇ ਇਹਨੂੰ 2 ਲਾਈਨਾਂ ਆਪਾਂ ਐਡ ਕਰ ਸਕਦੇ ਹਾਂ। ਕਵਿਤਾ ਦੀ ਪਰਿਭਾਸ਼ਾ ਲਿਖਿਆ ਹੈ ਆਪਾਂ ਲਾਸਟ ਚੈਪਟਰ ਇਕਾਈ 1 ਵਿੱਚ ਕਰ ਚੁੱਕੇ ਹਾਂ। ਅੱਗੇ ਆ ਗਿਆ ਕਵਿਤਾ ਦੇ ਤੱਤ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਆ, 10 ਔਰ 2 ਮਾਰਕਸ ਆ। ਕਵਿਤਾ ਦੇ ਤੱਤ ਤੋਂ ਭਾਵ ਕਵਿਤਾ ਦੇ ਬੁਨਿਆਦੀ ਬਣਤਰੀ ਤੱਤ ਹੁੰਦੇ, ਯਾਨੀ ਕਿ ਕਵਿਤਾ ਨੂੰ ਬਣਾਉਣ ਵਾਸਤੇ ਕਿਹੜੇ ਕਿਹੜੇ ਤੱਤਾਂ ਦੀ ਲੋੜ ਪੈਂਦੀ ਆ। ਵਿਦਵਾਨ ਕਹਿੰਦੇ ਆ ਕਿ ਜਿਵੇਂ ਇੱਕ ਬਿਲਡਿੰਗ ਨੂੰ ਬਣਾਉਣ ਵਾਸਤੇ ਸਾਨੂੰ ਪੱਥਰ, ਰੋੜੇ, ਸੀਮਟ, ਰੇਤ ਦੀ ਜ਼ਰੂਰਤ ਪੈਂਦੀ ਆ, ਉਸੇ ਤਰ੍ਹਾਂ ਸਾਨੂੰ ਕਵਿਤਾ ਨੂੰ ਘੜਨ ਵਾਸਤੇ ਜਾਂ ਉਹਨੂੰ ਲਿਖਣ ਵਾਸਤੇ ਉਹਦੇ ਤੱਤਾਂ ਦੀ ਲੋੜ ਪੈਂਦੀ ਆ। ਵਿੱਚ ਵੀ ਤੁਹਾਨੂੰ 2 ਲਾਈਨਾਂ ਮੈਂ ਅੰਡਰਲਾਈਨ ਕਰਾ ਦਿੰਨੀ, ਪੇਜ ਨੰਬਰ 10। ਕਵਿਤਾ ਦੇ ਤੱਤਾਂ ਤੋਂ ਭਾਵ ਕਵਿਤਾ ਦੇ ਬੁਨਿਆਦੀ ਬਣਤਰ ਤੱਤ ਹੁੰਦੇ ਹਨ, ਜਿਨ੍ਹਾਂ ਦੀ ਇਕਸਾਰਤਾ ਤੋਂ ਕਵਿਤਾ ਦੀ ਮੁਕੰਮਲ ਘਾਟ ਹੁੰਦੀ ਹੈ, ਜਿਵੇਂ ਕਿਸੇ ਇਮਾਰਤ ਦੇ ਇੱਟਾਂ, ਰੋੜੇ ਜਾਂ ਕਿਸੇ ਬੂਟੇ ਦੇ ਫਲ, ਫੁੱਲ ਤੇ ਪੱਤੇ। ਪਰ ਕਾਵਿ ਦੇ ਤੱਤ ਇੱਟਾਂ ਰੋੜਿਆਂ ਵਾਂਗੂ ਇਸ ਤਰ੍ਹਾਂ ਨਿਖੜਵੇਂ ਤੇ ਵੱਖਰੇ ਵੱਖਰੇ ਨਹੀਂ ਹੁੰਦੇ, ਸਗੋਂ ਇਹਨਾਂ ਕਾਵਿ ਤੱਤਾਂ ਦਾ ਰਿਸ਼ਤਾ ਬੜਾ ਗੂੜਾ ਤੇ ਅਨਿਖੜਵਾਂ ਸੰਬੰਧਿਤ ਹੁੰਦਾ ਹੈ। ਉਸ ਤੋਂ ਅੱਗੇ ਉਹਨਾਂ ਨੇ ਤੱਤ ਦੇ ਦਿੱਤੇ ਆ ਕਵਿਤਾ ਦੇ, ਜਿਹੜੇ ਨੇ ਉਹ ਹੈਗੇ। ਪਹਿਲਾ ਤੱਤ ਹੈਗਾ ਵਿਚਾਰ, ਯਾਨੀ ਕਿ ਕਵੀ ਦੇ ਮਨ ਵਿੱਚ ਸਭ ਤੋਂ ਪਹਿਲਾਂ ਵਿਚਾਰ ਆਉਂਦਾ ਹੈ ਤੇ ਫਿਰ ਉਹ ਉਸ ਨੂੰ ਲਿਖਦਾ। ਉਹਦੇ ਮਨ ਵਿੱਚ ਵਿਚਾਰ ਆਉਣਾ ਬਹੁਤ ਜ਼ਰੂਰੀ ਹੈ। ਵਿਚਾਰ ਪਹਿਲਾ ਤੱਤ ਹੈਗਾ ਵਿਚਾਰ। ਵਿਚਾਰ ਦਾ ਆਪਾਂ ਬੁੱਧੀ ਤੱਤ ਵੀ ਕਹਿ ਸਕਦੇ ਹਾਂ, ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਵਿਚਾਰ ਤੇ ਬੁੱਧੀ ਤੱਤ ਸੇਮ ਹੁੰਦੇ ਆ। ਵਿਚਾਰ ਤੋਂ ਭਾਵ ਕਿ ਜਿਹੜਾ ਕਵੀ ਆ ਉਹਦੇ ਮਨ ਵਿੱਚ ਪਹਿਲਾਂ ਇਹ ਵਿਚਾਰ ਆਉਂਦਾ ਕਿ ਉਹਨੇ ਕਿਸ ਤਰ੍ਹਾਂ ਦੀ ਕਵਿਤਾ ਲਿਖਣੀ ਹੈ। ਜੇਕਰ ਤੇ ਕਵੀ ਦੇ ਆਪਣੇ ਸੁਭਾਅ ਤੇ ਵੀ ਡਿਪੈਂਡ ਕਰਦਾ, ਜੇਕਰ ਕਵੀ ਹੱਸਮੁਖ ਹੈ ਤਾਂ ਉਹਨੇ ਹਾਸਿਆਂ ਵਾਲੀਆਂ ਕਵਿਤਾਵਾਂ ਲਿਖਣੀਆਂ। ਜੇਕਰ ਉਹਨੂੰ ਵਾਤਾਵਰਨ ਵਿੱਚ ਕੁਝ ਗਲਤ ਲੱਗ ਰਿਹਾ ਧਾਰਮਿਕ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਉਹਨੇ ਉਹਦੇ ਸੰਬੰਧ ਵਿੱਚ ਹੀ ਕਵਿਤਾਵਾਂ ਲਿਖਣੀਆਂ ਨੇ। ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਉਹਨਾਂ ਦੇ ਮਨ 'ਚ ਇਹ ਵਿਚਾਰ ਆਇਆ ਕਿ ਬਾਬਰ ਜਿਹੜਾ ਵਾ ਉਹ ਸਾਡੇ ਪੰਜਾਬ ਤੇ ਜਾਂ ਸਾਡੇ ਭਾਰਤ ਉੱਤੇ ਜ਼ੁਲਮ ਕਰ ਰਿਹਾ, ਤੇ ਉਹਨਾਂ ਨੇ ਫਿਰ ਆਪਣੀਆਂ ਕਵਿਤਾਵਾਂ ਵਿੱਚ ਬਾਬਰ ਬਾਰੇ ਵੀ ਲਿਖਿਆ ਸੀਗਾ, ਉਹਨਾਂ ਦੇ ਜ਼ੁਲਮਾਂ ਬਾਰੇ ਲਿਖਿਆ ਸੀਗਾ। ਵਿੱਚੋਂ ਮੈਂ 2-3 ਲਾਈਨਾਂ ਮੈਂ ਪੜ੍ਹ ਦਿੰਦੀ ਹਾਂ। ਵਿਚਾਰ ਕਾਵਿ ਦੀ ਇੱਕ ਤਰ੍ਹਾਂ ਨਾਲ ਜੀਵਨ ਫਿਲਾਸਫੀ ਹੈ, ਜਿਸ ਨੂੰ ਉਹ ਕਵਿਤਾ ਰਾਹੀਂ ਰੂਪਮਾਨ ਕਰਨਾ ਲੋੜਦਾ ਹੈ, ਜਾਂ ਫਿਰ ਵਿਚਾਰ ਉਹ ਸੂਝ ਹੈ ਜਿਸ ਦੇ ਸਹਾਰੇ ਕਵੀ ਬੜੀ ਸੋਚ ਸਮਝ ਨਾਲ ਕਵਿਤਾਵਾਂ ਨੂੰ ਸਿਰਜਦਾ ਹੈ। ਇਹ ਲਾਈਨ ਵੈਰੀ ਵੈਰੀ ਇੰਪੋਰਟੈਂਟ ਹੈ ਕਿ ਉਹਦੀ ਇੱਕ ਸੂਝ ਹੈ, ਉਹਦੀ ਆਪਣੀ ਇੱਕ ਸਮਝ ਹੁੰਦੀ ਵਿਚਾਰਾਂ ਦੀ, ਜਿਹਨੂੰ ਉਹ ਕਵਿਤਾਵਾਂ ਦੇ ਵਿੱਚ ਪਰੋ ਦਿੰਦਾ ਹੈ। ਅੱਗੇ ਆ ਗਿਆ ਦੂਸਰਾ ਤੱਤ ਹੈਗਾ ਭਾਵ। ਭਾਵ ਦਾ ਮਤਲਬ ਹੁੰਦਾ ਜਜ਼ਬਾ, ਯਾਨੀ ਕਿ
ਕਵੀ ਦੀ ਸ਼ਖਸੀਅਤ ਦਾ ਉਹਦੀਆਂ ਕਵਿਤਾਵਾਂ ਵਿੱਚੋਂ ਹੀ ਪਤਾ ਲੱਗ ਜਾਂਦਾ ਕਿ ਉਹਦੇ ਮਨ ਵਿੱਚ ਕਿਹੜੀਆਂ-ਕਿਹੜੀਆਂ ਭਾਵਨਾਵਾਂ, ਕਿਉਂਕਿ ਉਹ ਆਪਣੀਆਂ ਭਾਵਨਾਵਾਂ ਨੂੰ ਕਲਪਨਾ ਦਾ ਰੂਪ ਦੇ ਕੇ ਉਹਨਾਂ ਨੂੰ ਉਹਦੇ ਨਾਲ ਕਵਿਤਾ ਨੂੰ ਸਿਰਜਦਾ ਵਾ। ਭਾਵ ਜਾਂ ਜਜ਼ਬਾ ਕਈ ਸ਼ਖਸੀਅਤਾਂ ਦਾ ਉਹ ਨਿੱਜੀ ਪ੍ਰਗਟਾਵਾ ਹੈ ਜਿਸ ਰਾਹੀਂ ਉਹ ਆਪਣੀਆਂ ਮਨੋਸਥਿਤੀਆਂ ਦਾ ਸੰਚਾਰ ਕਰਦਾ ਹੈ। ਆਮ ਮਨੁੱਖ ਮਨ ਵਿੱਚ ਪਿਆਰ, ਕ੍ਰੋਧ, ਘ੍ਰਿਣਾ, ਭੈਮ, ਉਤਸ਼ਾਹ, ਹੈਰਾਨੀ, ਹਾਸਾ, ਸ਼ੌਂਕ, ਵਿਰਾਗ ਦੇ ਮਨੋਭਾਵ ਹੁੰਦੇ ਹਨ। ਯਾਨੀ ਕਿ ਹਰ ਇੱਕ ਕਵੀ ਦੇ ਮਨ ਜਿਹੜਾ ਨਾ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਹੁੰਦੇ। ਕਈਆਂ ਦੇ ਮਨ ਵਿੱਚ ਪਿਆਰ ਹੁੰਦਾ, ਜਿਵੇਂ ਕਿ ਉਹ ਪਰਮਾਤਮਾ ਨਾਲ ਪਿਆਰ ਵਿਖਾਉਣ ਵਾਸਤੇ ਕਵਿਤਾਵਾਂ ਲਿਖਦੇ, ਜਿਵੇਂ ਕਿ ਸਾਡੇ ਸੂਫੀ ਕਵੀ ਸੀਗੇ ਬਾਬਾ ਫਰੀਦ ਜੀ, ਬੁੱਲੇ ਸ਼ਾਹ, ਸੁਲਤਾਨ ਬਾਹੂ। ਇਹਨਾਂ ਨੇ ਪਰਮਾਤਮਾ ਦੇ ਨਾਲ ਆਪਣੇ ਪਿਆਰ ਨੂੰ ਵਿਖਾਉਣ ਵਾਸਤੇ ਸੂਫੀ ਕਵਿਤਾਵਾਂ ਦੀ ਜਿਹੜੀ ਸਿਰਜਣਾ ਕੀਤੀ ਸੀਗੀ। ਕੁਝ ਕਵੀ ਜਿਹੜੇ ਨੇ ਉਹ ਕ੍ਰੋਧ ਵਾਲੀਆਂ ਕਵਿਤਾਵਾਂ ਲਿਖ ਕੇ ਉਹਨਾਂ ਦਾ ਮਨ ਖੁਸ਼ ਹੁੰਦਾ ਵਾ। ਕੁਝ ਜਿਹੜੇ ਘ੍ਰਿਣਾ ਵਾਲੀਆਂ, ਭੈਮ, ਡਰ ਵਾਲੀਆਂ, ਹੈਰਾਨੀ ਵਾਲੀਆਂ, ਹਾਸੇ ਵਾਲੀਆਂ, ਸ਼ੌਂਕ, ਵਿਰਾਗ ਤੇ ਮਨੋਭਾਵ। ਇਹਨਾਂ ਭਾਵਾਂ ਜਜ਼ਬਿਆਂ ਵਿੱਚੋਂ ਕਿਸੇ ਨਾ ਕਿਸੇ ਦਾ ਆਸਰਾ ਹਨ ਕਵਿਤਾਵਾਂ ਵਿੱਚ ਮੌਜੂਦ ਰਹਿੰਦਾ ਹੈ। ਅੱਗੇ ਆ ਗਿਆ ਕਲਪਨਾ। ਕਵਿਤਾ ਦਾ ਤੀਸਰਾ ਤੇ ਜ਼ਰੂਰੀ ਤੱਤ ਹੈਗਾ ਕਲਪਨਾ, ਕਿਉਂਕਿ ਕਈ ਵਾਰੀ ਕੁਝ ਚੀਜ਼ਾਂ ਸਾਡੇ ਸਮਾਜ ਵਿੱਚ ਨਹੀਂ ਵਾਪਰੀਆਂ ਹੁੰਦੀਆਂ, ਨਾ ਹੀ ਉਹਦੇ ਬਾਰੇ ਕਿਸੇ ਨੂੰ ਜਾਣਕਾਰੀ ਹੁੰਦੀ ਆ। ਉਹ ਕਵੀ ਦੀਆਂ ਭਾਵਨਾਵਾਂ ਤੇ ਉਹਦੀ ਕਲਪਨਾ ਹੁੰਦੀ ਹੈ। ਜਿਵੇਂ ਕਿ ਜੇਕਰ ਕਿਸੇ ਕਵੀ ਨੂੰ ਮੰਨ ਲਓ ਕਿਸੇ ਇਨਸਾਨ ਨੂੰ ਜਾਂ ਕਿਸੇ ਮਨੁੱਖ ਨੂੰ ਕੁਦਰਤ ਨਾਲ ਬੜਾ ਮੋਹ ਆ ਜਾਂ ਪਿਆਰ ਆ, ਤੇ ਉਹ ਨਹੀਂ ਚਾਹੁੰਦਾ ਕਿ ਉਹ ਕੁਦਰਤ ਦੇ ਜਿਹੜੇ ਨਜ਼ਾਰੇ ਉਹ ਕਿਸੇ ਟਾਈਮ ਖਤਮ ਹੋ ਜਾਣ, ਤਾਂ ਉਹਦੇ ਬਾਰੇ ਉਹਨਾਂ ਨੂੰ ਲਿਖਦਾ ਵਾ ਕਿ ਉਹਨੂੰ ਕੁਦਰਤ ਦੇ ਨਾਲ ਆਪਣੇ ਸੰਬੰਧ ਜਾਂ ਕੁਦਰਤ ਉਹਨੂੰ ਕਿਸ ਤਰ੍ਹਾਂ ਦੇ ਪ੍ਰਭਾਵਿਤ ਕਰਦੀ, ਉਸ ਤਰ੍ਹਾਂ ਦੇ ਨਾਲ ਹੀ ਉਹ ਕਵਿਤਾਵਾਂ ਨੂੰ ਕਲਪਨਾ ਦੇ ਨਾਲ ਸਿਰਜਣ ਲੱਗ ਜਾਂਦਾ। ਕਵੀ ਦੀ ਮਨਇਛਤ ਘੜਤ ਤੇ ਪੇਸ਼ ਦੀ ਸ਼ਕਤੀ ਕਲਪਨਾ ਹੈ। ਯਾਨੀ ਕਿ ਉਹ ਮਨਇਛਤ ਨਾਲ ਆਪਣੀ ਮਨ ਦੀ ਇੱਛਾ ਨਾਲ ਕਲਪਨਾ ਕਰਕੇ ਕਵਿਤਾਵਾਂ ਲਿਖਦਾ ਵਾ। ਮਨ ਦੀਆਂ ਅੱਖਾਂ ਰਾਹੀਂ ਅਣਡਿੱਠੀ ਦੂਰਵਰਤੀ ਨਿਰਾਕਾਰ ਵਸਤੂ ਦੀ ਮਨੋਵਿਰਤੀ ਦਾ ਅਹਿਸਾਸ ਕਰਨਾ ਜਾਂ ਪਾਠਕਾਂ ਦੇ ਮਨਾਂ ਵਿੱਚ ਪੈਦਾ ਕਰਨਾ ਕਲਪਨਾ ਹੈ। ਯਾਨੀ ਕਿ ਕਈ ਵਾਰੀ ਇਸ ਤਰ੍ਹਾਂ ਕਰਦੇ ਆ ਕਿ ਕੁਝ ਕਵਿਤਾ ਅਸੀਂ ਜਦੋਂ ਕੋਈ ਨੇਚਰ ਨਾਲ ਸੰਬੰਧਿਤ ਕੋਈ ਕਵਿਤਾ ਪੜ੍ਹਦੇ ਆ ਤੇ ਉਹਦੇ ਨਾਲ ਸਾਡੇ ਮਨ ਤੇ ਵੀ ਉਹ ਅਸਰ ਕਰਦੀ ਕਿ ਨਹੀਂ, ਵਾਕਈ ਕੁਦਰਤ ਦੀ ਜਿਹੜੀ ਬਣਾਈ ਹੋਈ ਨੇਚਰ ਹੈ, ਕੁਦਰਤ ਆ, ਜਿਸ ਤਰ੍ਹਾਂ ਪੇੜ ਪੌਦੇ, ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਆਮ ਹੀ ਛੋਟੇ ਬੱਚਿਆਂ ਦੀਆਂ ਜਿਹੜੀਆਂ ਪੰਜਾਬੀ ਦੀਆਂ ਬੁੱਕਸ ਹੁੰਦੀਆਂ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਕਵਿਤਾਵਾਂ ਲਿਖੀਆਂ ਹੁੰਦੀਆਂ ਜਿਨ੍ਹਾਂ ਨਾਲ ਬੱਚਿਆਂ ਦੇ ਮਨ ਵਿੱਚ ਇਹ ਆਵੇ ਕਿ ਅਸੀਂ ਪੌਦੇ ਲਗਾਉਣੇ ਆ ਜਾਂ ਪੇੜ ਪੌਦਿਆਂ ਦਾ ਸਾਨੂੰ ਫਾਇਦਾ ਹੈ। ਅੱਗੇ ਆ ਗਿਆ ਚੌਥਾ ਹੈਗਾ ਵਾ ਉਹਦਾ ਕਵਿਤਾ ਦਾ ਹੈਗਾ ਤੱਤ ਰਸ। ਰਸ ਦਾ ਭਾਵ ਕਿ ਆਨੰਦ ਆਉਣਾ, ਕਿਸੇ ਕਵਿਤਾ ਨੂੰ ਆਨੰਦ ਆਉਣਾ। ਕਵਿਤਾ ਲਿਖਣ ਦਾ ਕੋਈ ਫਾਇਦਾ ਨਹੀਂ, ਲਿਖਾਰੀ ਤੇ ਬਹੁਤ ਸਾਰੇ ਹੁੰਦੇ ਨੇ, ਬਟ ਕਿਸੇ ਲਿਖਾਰੀ ਦੀਆਂ ਕਵਿਤਾਵਾਂ ਜਿਹੜੀਆਂ ਨੇ ਉਹਨੂੰ ਪ੍ਰਿੰਟ ਕੀਤਾ ਜਾਂਦਾ ਕਿਉਂਕਿ ਕਵਿਤਾਵਾਂ ਨੂੰ ਪੜ੍ਹਨ ਨਾਲ ਜਿਹੜਾ ਆਨੰਦ ਆਉਂਦਾ ਵਾ ਉਹ ਕਵਿਤਾ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ। ਕਾਵਿ ਦੀ ਸਹਿਜਤਾ, ਸਹਿਜਾਤਮਕ ਸਵਾਦ ਜਾਂ ਆਨੰਦ ਦੀ ਅਨੁਭੂਤੀ ਨੂੰ ਰਸ ਕਿਹਾ ਜਾਂਦਾ ਹੈ। ਆਪਾਂ ਸਿੱਧਾ ਸਿੰਪਲ ਵੀ ਲਿਖ ਸਕਦੇ ਹਾਂ ਕਿ ਕਵਿਤਾ ਇਸ ਤਰ੍ਹਾਂ ਦੀ ਹੋਵੇ ਕਿ ਜਿਹਨੂੰ ਪੜ੍ਹ ਕੇ ਰਸ ਜਾਂ ਆਨੰਦ ਆਵੇ। ਅਸਲ ਵਿੱਚ ਇਹ ਕਾਵਿ ਰਸ ਹੈ, ਇਹ ਇੱਕ ਤਰ੍ਹਾਂ ਦਾ ਅਹਿਸਾਸ ਹੈ ਜਿਹੜਾ ਕਿ ਪਾਠਕ ਦਰਸ਼ਕ ਕਵਿਤਾ ਦੇ ਪੜ੍ਹਨ ਸਮੇਂ ਜਾਂ ਨਾਟਕ ਵੇਖਣ ਸਮੇਂ ਇਸ ਤਰ੍ਹਾਂ ਮਹਿਸੂਸ ਕਰਦਾ ਹੈ, ਉਹ ਆਪਣੀ ਵੱਖਰੀ ਹਸਤੀ ਭੁੱਲ ਕੇ ਕਵਿਤਾ ਜਾਂ ਨਾਟਕੀ ਵਿਸ਼ੇ ਨਾਲ ਇੱਕ ਰੂਪ ਹੋ ਜਾਂਦਾ ਹੈ। ਕਿਉਂਕਿ ਆਪਾਂ ਕਈ ਵਾਰੀ ਦੇਖਦੇ ਹਾਂ ਕਿਸੇ ਦੀ ਕਵਿਤਾ ਜਦੋਂ ਸੁਣਦੇ ਹਾਂ, ਸਟੇਜ ਤੇ ਕੋਈ ਗਾ ਰਿਹਾ ਹੈ ਜਾਂ ਕਵਿਤਾ ਬੋਲ ਰਿਹਾ, ਤੇ ਆਪਾਂ ਉਹਦੇ ਵਿੱਚ ਇੰਨੇ ਜ਼ਿਆਦਾ ਆਨੰਦ ਆਉਂਦਾ ਕਿ ਅਸੀਂ ਉਹਦੇ ਵਿੱਚ ਹੀ ਖੁੱਭ ਜਾਂਦੇ ਹਾਂ ਔਰ ਆਪਾਂ ਆਲੇ ਦੁਆਲੇ ਦਾ ਐਟਮੋਸਫੇਅਰ ਜਾਂ ਵਾਤਾਵਰਨ ਨੂੰ ਭੁੱਲ ਜਾਂਦੇ ਹਾਂ, ਆਪਣੇ ਘਰ ਦੀਆਂ ਪਰੇਸ਼ਾਨੀਆਂ ਨੂੰ ਭੁੱਲ ਜਾਂਦੇ ਹਾਂ ਜਾਂ ਕਿਸੇ ਵੀ ਹੋਰ ਚੀਜ਼ ਵੱਲ ਸਾਡਾ ਧਿਆਨ ਨਹੀਂ ਜਾਂਦਾ। ਇਹਦੇ ਵਿੱਚ ਹੈਗਾ ਰਸ ਹੈਗੇ ਨੇ 9 ਤਰ੍ਹਾਂ ਦੇ। ਪਹਿਲਾ ਹੈਗਾ ਸ਼ਿੰਗਾਰ ਰਸ, ਹਾਸਾ ਰਸ, ਕਰੁਣਾ ਰਸ, ਰੌਣਕ ਰਸ, ਵੀਰ ਰਸ, ਭਿਆਨਕ ਰਸ, ਅਦਭੁਤ ਰਸ, ਵਿਪਤਸ ਰਸ ਔਰ ਸ਼ਾਂਤ ਰਸ। ਇਹ ਇੱਕ ਵੱਖਰਾ ਅਲੱਗ ਕੁਐਸਚਨ ਆ ਜਾਂਦਾ 2 ਮਾਰਕਸ ਦਾ ਕਿ ਕਵਿਤਾ ਦੇ ਜਿਹੜਾ ਰਸ ਆ ਉਹ ਅੱਗੋਂ ਕਿੰਨੇ ਤਰ੍ਹਾਂ ਦੇ ਹੁੰਦੇ ਆ। ਕਵਿਤਾ ਦੇ ਰਸ ਜਿਹੜਾ ਤੱਤ ਰਸ ਆ ਉਹਦੇ ਕਿੰਨੇ ਭਾਗ ਹੁੰਦੇ ਜਾਂ ਕਿੰਨੇ ਤਰ੍ਹਾਂ ਦਾ ਹੁੰਦਾ। ਇਸ ਤੋਂ ਅੱਗੇ ਆ ਗਿਆ ਅਲੰਕਾਰ। ਅਲੰਕਾਰ ਵੀ ਵੈਰੀ ਇੰਪੋਰਟੈਂਟ ਔਰ ਇਹਦਾ ਤੱਤ ਆ ਕਵਿਤਾ ਦਾ। ਇਹ ਸਾਨੂੰ ਆ ਜਾਂਦਾ ਅਲੰਕਾਰ ਤੋਂ ਕੀ ਭਾਵ ਆ ਜਾਂ ਕਵਿਤਾ ਦੇ ਅਲੰਕਾਰ ਕਿੰਨੇ ਹੁੰਦੇ ਆ। ਇਹ 2 ਮਾਰਕਸ ਦਾ ਕੁਐਸਚਨ ਹੈ। ਅਲੰਕਾਰ ਕਵਿਤਾ ਦੇ ਗਹਿਣੇ ਅਲੰਕਾਰ ਹਨ। ਸ਼ਬਦ ਜਾਂ ਅਰਥ ਨੂੰ ਚਮਤਕਾਰੀ ਬਣਾਉਣ ਲਈ ਅਲੰਕਾਰ ਕਵੀ ਦੀ ਇੱਕ ਜੁਗਤੀ ਹੈ ਜਿਹੜੀ ਸ਼ਬਦਾਂ ਦੇ ਪ੍ਰਯੋਗ ਨਾਲ ਪੂਰੀ ਕੀਤੀ ਜਾਂਦੀ ਹੈ। ਅਲੰਕਾਰ ਜਿਹੜੇ 3 ਤਰ੍ਹਾਂ ਦੇ ਹੁੰਦੇ ਨੇ, ਸਿੱਧਾ ਵੀ ਆਪਾਂ ਆਨਸਰ ਦੇ ਸਕਦੇ ਹਾਂ ਕਿ ਕਵਿਤਾ ਦੇ ਗਹਿਣੇ ਅਲੰਕਾਰ ਹਨ ਔਰ ਇਹ 3 ਤਰ੍ਹਾਂ ਦੇ ਹੁੰਦੇ ਆ। 2 ਮਾਰਕਸ ਆ ਜਾਂਦੇ ਸਾਡੇ। ਨੰਬਰ 1 ਸ਼ਬਦ ਅਲੰਕਾਰ, ਅਰਥ ਅਲੰਕਾਰ ਔਰ ਸ਼ਬਦਾਰਥ ਅਲੰਕਾਰ। ਇਸ ਤੋਂ ਅੱਗੇ ਆ ਗਿਆ ਇਹਦਾ ਕਵਿਤਾ ਦਾ 6ਵਾਂ ਤੱਤ ਹੈਗਾ ਪ੍ਰਤੀਕ। ਪ੍ਰਤੀਕ ਹੁੰਦੇ ਸਿੰਬਲ ਜਾਂ ਇਹਨਾਂ ਨੂੰ ਅਸੀਂ ਚਿੰਨ੍ਹ ਵੀ ਕਹਿੰਦੇ ਹਾਂ। ਸਿੰਬਲ ਨੂੰ ਪ੍ਰਤੀਕ ਕਿਹਾ ਜਾਂਦਾ ਹੈ। ਕਿਸੇ ਵਿਸ਼ੇ ਵਿੱਚ ਵਰਣਨਯੋਗ ਵਸਤੂ ਦਾ ਬਿਆਨ ਕਰਕੇ ਉਸ ਦੀ ਥਾਂ ਉਸ ਨਾਲ ਮਿਲਦੀ ਜੁਲਦੀ ਹੋਈ ਕੋਈ ਪ੍ਰਤੱਖ ਵਸਤੂ ਨੂੰ ਸਾਹਮਣੇ ਪੇਸ਼ ਕਰ
ਦਿੱਤਾ ਜਾਂਦਾ ਹੈ ਜਾਂ ਜੋ ਵਿਸ਼ੇ ਅਧੀਨ ਵਸਤੂ ਦਾ ਪ੍ਰਭਾਵ ਵਧੇਰੇ ਪ੍ਰਬਲ ਹੋਵੇ ਅਤੇ ਉਸ ਦੇ ਨਾਲ ਕਿਸੇ ਗੱਲ ਦੀ ਨੁਕਤਾਚੀਨੀ ਕੀਤੀ ਜਾ ਸਕੇ। ਕਈ ਵਾਰੀ ਪ੍ਰਤੀਕ ਨੂੰ ਚਿੰਨ੍ਹ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਆਪਾਂ ਸਾਰੀ ਡਿਟੇਲ ਨਹੀਂ ਦੇਣੀ, ਸਿਰਫ ਆਪਾਂ 2 ਲਾਈਨਾਂ ਲਿਖਣੀਆਂ ਕਿ ਪ੍ਰਤੀਕ ਸਿੰਬਲ ਨੂੰ ਕਿਹਾ ਜਾਂਦਾ ਹੈ ਔਰ ਜਿਹੜੀ ਕਿਸੇ ਵੀ ਗੱਲ ਦੀ ਨੁਕਤਾਚੀਨੀ ਜਿਹੜੀ ਕੀਤੀ ਜਾ ਸਕਦੀ ਹੈ। ਕਈ ਵਾਰੀ ਪ੍ਰਤੀਕ ਨੂੰ ਚਿੰਨ੍ਹ ਵੀ ਕਿਹਾ ਜਾਂਦਾ ਹੈ। ਅੱਗੇ ਆ ਗਿਆ ਬਿੰਬ। ਇਹ ਵੀ ਇੱਕ 2 ਮਾਰਕਸ ਦਾ ਕੁਐਸਚਨ ਆਉਂਦਾ ਵਾ। ਇਸ ਤਰ੍ਹਾਂ ਵੀ ਕੁਐਸਚਨ ਆ ਜਾਂਦਾ ਕਿ ਪ੍ਰਤੀਕ ਅਤੇ ਬਿੰਬ ਦੇ ਵਿੱਚ ਫਰਕ ਦੱਸੋ, ਜਾਂ ਇਸ ਤਰ੍ਹਾਂ ਵੀ ਆ ਸਕਦਾ ਅਲੰਕਾਰ ਤੇ ਪ੍ਰਤੀਕ ਬਾਰੇ ਦੱਸੋ। ਕੁਛ ਵੀ ਇਹਦੇ ਵਿੱਚ 2 ਮਾਰਕਸ ਦਾ ਕੁਐਸਚਨ ਆ ਜਾਂਦਾ, ਜਿਹੜੇ ਕਿ ਅਲੰਕਾਰ ਤੇ ਰਸ ਇਹ ਵੈਰੀ ਇੰਪੋਰਟੈਂਟ ਹੈ। ਬਿੰਬ ਕਵੀ ਦੀ ਬਿਆਨਾ ਸ਼ਕਤੀ ਉਹ ਕਿਸੇ ਕਵਿਤਾ ਵਿੱਚ ਪੈਦਾ ਹੋਈਆਂ ਉਹ ਨਿੱਕੀਆਂ ਨਿੱਕੀਆਂ ਸ਼ਬਦਮਈ ਤਸਵੀਰਾਂ ਬਿੰਬ ਹਨ, ਜਿਹੜੀਆਂ ਕਿ ਪ੍ਰਤੱਖ ਜੀਵਨ 'ਚ ਮੌਜੂਦ ਰਹਿੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ। ਇਹ ਸ਼ਬਦ ਚਿੱਤਰ ਹੁੰਦੇ ਹਨ। ਕਈ ਮੈਦਾਨੇ ਜੰਗ ਦੇ ਜਿਹੜੇ ਚਿੱਤਰ ਪੇਸ਼ ਕਰਦਾ ਹੈ ਕਵੀ, ਜਿਹੜੇ ਮੈਦਾਨੇ ਜੰਗ ਦੇ ਜਿਹੜੇ ਚਿੱਤਰ ਪੇਸ਼ ਕਰਦਾ ਹੈ ਉਹ ਬਿੰਬ ਹੀ ਹੁੰਦੇ ਹਨ। ਜਿਵੇਂ ਕਿ ਬਹੁਤ ਸਾਰੀਆਂ ਕਵਿਤਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਨਾਮ ਲਿਆ ਹੁੰਦਾ ਵਾ, ਔਰ ਜਦੋਂ ਅਸੀਂ ਉਸ ਕਵਿਤਾ ਨੂੰ ਪੜ੍ਹਦੇ ਹਾਂ ਤਾਂ ਉਹ ਆਪਣੇ ਆਪ ਹੀ ਸਾਡੀਆਂ ਅੱਖਾਂ ਅੱਗੇ ਤਸਵੀਰ ਬਣਨੀ ਸ਼ੁਰੂ ਹੋ ਜਾਂਦੀ ਹੈ। ਅੱਗੇ ਆ ਗਿਆ ਇਹਦਾ 8ਵਾਂ ਰਸ ਹੈਗਾ ਵਾ, ਪੇਜ ਨੰਬਰ 12 ਤੇ ਛੰਦ। ਕਵਿਤਾ ਦੇ ਬਹਿਰਾਂ ਵਿੱਚ ਜਿਹੜਾ ਤੋਲ ਵਜਨ ਲੈਅ ਹੁੰਦੀ ਹੈ ਉਹ ਸਭ ਕੁਝ ਛੰਦ ਹੈ। ਬਸ ਇਹਦੇ ਵਿੱਚ ਆਪਾਂ ਇੰਨਾ ਹੀ ਲਾਈਨ ਦੇਣੀ ਆ। ਤੋਲ ਵਜਨ ਨੂੰ ਅਸੀਂ ਛੰਦ ਕਹਿੰਦੇ ਆ। ਹਰ ਇੱਕ ਭਾਸ਼ਾ ਦੇ ਆਪੋ ਆਪਣੇ ਛੰਦ ਹੁੰਦੇ ਹਨ ਔਰ ਇਹ 3 ਤਰ੍ਹਾਂ ਦੇ ਆ, ਵਰਣਿਕ, ਮਾਤ੍ਰਿਕ ਤੇ ਗਣਿਕ। ਅੱਗੇ ਆ ਗਿਆ ਨੰਬਰ 9 ਸੰਗੀਤ। ਸੰਗੀਤ ਛੰਦ ਦਾ ਇੱਕ ਹਿੱਸਾ ਹੈ, ਪਰੰਤੂ ਛੰਦ ਤੋਂ ਵਿਸ਼ਾਲ ਸੰਗੀਤ ਦਾ ਪਿੜ ਹੈ। ਅੱਗੇ ਆ ਗਿਆ ਨੰਬਰ 10 ਕਾਵਿ ਭਾਸ਼ਾ। ਕਵੀ ਦੀ ਸਮੱਗਰੀ ਭਾਸ਼ਾ ਹੈ ਜਾਂ ਮਾਧਿਅਮ ਹੈ ਜਿਸ ਰਾਹੀਂ ਕਵੀ ਆਪਣੀ ਗੱਲ ਆਖਦਾ ਹੈ। ਕਵਿਤਾ ਦੀ ਭਾਸ਼ਾ ਭਾਵੇਂ ਆਮ ਬੋਲੀ ਹੈ, ਪਰ ਉਸ ਵਿੱਚ ਸ਼ਬਦਾਂ ਦੇ ਮੁਹਾਵਰਿਆਂ ਦਾ ਕਵੀ ਦੀ ਸ਼ਖਸੀਅਤ ਤੇ ਤਰਜੀਹ ਦੇ ਅਨੁਸਾਰ ਚਿੱਤਰਮਈ, ਆਪਰੋਖ, ਵਿਅੰਗਮਈ, ਹੁਨਰੀ ਅਤੇ ਉਤੇਜਿਤ ਹੋਣਾ ਲਾਜ਼ਮੀ ਹੈ। ਇਹਨੂੰ ਆਪਾਂ ਆਸਾਨ ਭਾਸ਼ਾ ਵਿੱਚ ਕਵਾਂਗੇ ਕਿ ਕਾਵਿ ਭਾਸ਼ਾ ਦਾ ਮਤਲਬ ਹਰ ਇੱਕ ਕਵੀ ਦੀ ਆਪਣੀ ਆਪਣੀ ਭਾਸ਼ਾ। ਕੁਝ ਕਵੀ ਜਿਹੜੇ ਨੇ ਉਹ ਮਾਝੇ ਨਾਲ ਬਿਲੋਂਗ ਕਰਦੇ ਨੇ, ਉਹਨਾਂ ਦੀ ਆਪਣੀ ਭਾਸ਼ਾ ਵਿੱਚ ਫਰਕ ਹੁੰਦਾ। ਕਵਿਤਾਵਾਂ ਦੇ ਵਿੱਚ ਜਿਹੜੇ ਸ਼ਬਦ ਉਹਨਾਂ ਪਾਏ ਹੁੰਦੇ ਉਹਦੇ ਵਿੱਚ ਫਰਕ ਹੁੰਦਾ। ਉਹਦੇ ਤੋਂ ਕਵੀ ਦੀ ਸ਼ਖਸੀਅਤ ਦਾ ਪਤਾ ਲੱਗਦਾ ਕਿ ਉਹ ਕਿਹੜੇ ਇਲਾਕੇ ਤੋਂ ਬਿਲੋਂਗ ਕਰਦਾ। ਜਾਂ ਹਿੰਦੀ ਵਿੱਚ ਕੁਝ ਕਵੀ ਜਿਹੜੇ ਲਿਖਦੇ ਨੇ ਉਹਨਾਂ ਨੂੰ ਹਿੰਦੀ 'ਚ ਲਿਖਣਾ ਵਧੀਆ ਲੱਗਦਾ ਕਿਉਂਕਿ ਉਹਨਾਂ ਦੀ ਆਪਣੀ ਭਾਸ਼ਾ ਜਿਹੜੀ ਹਿੰਦੀ ਹੁੰਦੀ ਆ। ਕੁਝ ਕਵੀ ਜਿਹੜੇ ਨੇ ਉਹ ਇੰਗਲਿਸ਼ ਵਿੱਚ ਲਿਖਦੇ ਨੇ। ਇਸ ਕਰਕੇ ਕਾਵਿ ਭਾਸ਼ਾ ਦਾ ਮਤਲਬ ਕਿ ਕਿਸੇ ਵੀ ਕਵਿਤਾ ਨੂੰ ਸਿਰਜਣ ਵਾਸਤੇ ਕਵੀ ਦੀ ਆਪਣੀ ਭਾਸ਼ਾ ਹੁੰਦੀ ਹੈ। ਅੱਗੇ ਹੈਗਾ ਕਾਵਿ ਸ਼ੈਲੀ। ਕਾਵਿ ਸ਼ੈਲੀ ਦਾ ਮਤਲਬ ਹੁੰਦਾ ਸਟਾਈਲ, ਯਾਨੀ ਕਿ ਕਵਿਤਾ ਨੂੰ ਲਿਖਣ ਦਾ ਢੰਗ ਤਰੀਕਾ, ਕਿ ਕਵਿਤਾ ਨੂੰ ਕਿਹੜੇ ਤਰੀਕੇ ਨਾਲ ਲਿਖਿਆ ਜਾਵੇ। ਹਰ ਇੱਕ ਕਵੀ ਦਾ ਜਿਸ ਤਰ੍ਹਾਂ ਜਿਵੇਂ ਹਰ ਇੱਕ ਕਵੀ ਦੀ ਆਪਣੀ ਭਾਸ਼ਾ ਹੁੰਦੀ ਲਿਖਣ ਵਾਸਤੇ, ਉਸੇ ਤਰ੍ਹਾਂ ਹਰ ਇੱਕ ਕਵੀ ਦਾ ਆਪਣਾ ਅੰਦਾਜ਼ ਹੁੰਦਾ ਵਾ ਕਵਿਤਾ ਨੂੰ ਸਿਰਜਣ ਵਾਸਤੇ, ਆਪਣਾ ਇੱਕ ਸਟਾਈਲ ਹੁੰਦਾ ਵਾ। ਇਸ ਕਰਕੇ ਕਾਵਿ ਸ਼ੈਲੀ ਜਿਹੜਾ ਇਹ ਵੀ ਇਹਦਾ ਇੱਕ ਕਵਿਤਾ ਦਾ ਜ਼ਰੂਰੀ ਤੱਤ ਹੈ। ਅੱਗੇ ਇੱਕ ਕੁਐਸਚਨ ਉਹਨਾਂ ਦਾ 14 ਪੇਜ ਤੇ ਹੈਗਾ ਕਾਵਿ ਰੂਪਾਕਾਰ। ਇਹ ਵੀ ਕੁਐਸਚਨ ਆ ਸਕਦਾ, ਇੰਪੋਰਟੈਂਟ ਤੇ ਕਵਿਤਾ ਦੇ ਤੱਤ ਆ, ਬਟ ਇਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਓਵਰਵਿਊ ਦੇ ਦਾਂਗੀ। 14 ਕਵਿਤਾ ਦੇ ਰੂਪਾਕਾਰ। ਰੂਪ ਇਹਦੇ ਕਿਹੜੇ ਕਿਹੜੇ ਨੇ, ਇਹਦੇ ਵਿੱਚ ਨਾਮ ਲਿਖੇ ਹੋਏ। ਕੋਈ ਵੀ ਤੁਸੀਂ 2-2, 4-4 ਨਾਮ ਲਿਖ ਦੇਣੇ ਆ। ਜਿਵੇਂ ਕਿ ਲਿਖਿਆ ਵਾ ਅਸ਼ਟਪਦੀਆਂ, ਲੂਣੀਆਂ, ਅਠਵਾਰਾਂ, ਸੱਦ, ਸ਼ਲੋਕ, ਸ਼ੀਰਫੀਆਂ। ਇਹ ਸਾਰੇ ਤੁਸੀਂ 2 ਜਾਂ 4-5 ਇੰਨੇ ਕੁ ਤੁਸੀਂ ਕਰਨੇ। ਉਸ ਤੋਂ ਅੱਗੇ ਆ ਗਏ ਤੁਹਾਡੇ ਆਦਿਕਾਲ ਵਿੱਚ ਉੱਗੇ ਕਵੀਆਂ ਦੇ ਸਹਿਕਾਲ ਲਿਖੇ ਹਨ, ਜਾਣੀ ਕਿ ਆਦਿਕਾਲ ਦੀਆਂ ਜਿਹੜੇ ਕਵੀ ਉਹਨਾਂ ਨੇ ਜਿਹੜੀਆਂ ਕਵਿਤਾਵਾਂ ਲਿਖੀਆਂ ਉਹ ਆਪਾਂ 2-4 ਲਿਖ ਦੇਣੀਆਂ। ਭਗਤ ਕਵੀ ਜਿਨ੍ਹਾਂ ਦੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਦੇ ਲਿਖੇ ਹੋਏ ਸ਼ਲੋਕ ਜਾਂ ਜਿਨ੍ਹਾਂ ਦੀਆਂ ਕਵਿਤਾਵਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਨੇ। ਭਗਤ ਕਵੀ, ਸੂਫੀ ਕਵੀ, ਵਾਰ ਤੇ ਕਿੱਸਾ, ਇਹ ਹੈਗੇ ਨੇ ਕਵਿਤਾ ਦੇ ਰੂਪਾਕਾਰ। ਅੱਗੇ ਆ ਗਿਆ ਮੱਧਕਾਲ ਦੇ ਕਵੀ। ਇਹਦੇ ਵਿੱਚ ਸੂਫੀ ਕਵੀ ਹੈਗੀ ਬਾਬਾ ਫਰੀਦ ਸ਼ਕਰਗੰਜ, ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ ਬਟਾਲਵੀ, ਬੁੱਲੇ ਸ਼ਾਹ, ਅਲੀ ਹੈਦਰ, ਫਰਦ ਫਕੀਰ। ਕਿੱਸਾ ਕਾਵ, ਜਿਨ੍ਹਾਂ ਨੇ ਕਿੱਸਾ ਕਾਵ ਲਿਖਿਆ ਦਮੋਦਰ ਪੀਲੂ। ਇਹ ਸਾਰਾ ਇਹਦੇ ਵਿੱਚ ਦਿੱਤਾ ਆ। 2-2, 4-4 ਆਪਾਂ ਇਹਨਾਂ ਦੇ ਨਾਮ ਲਿਖਾਂਗੇ। ਨੈਕਸਟ ਆ ਗਿਆ ਇਕਾਈ 3 ਕਹਾਣੀ ਦੇ ਰੂਪਾਕਾਰ।
ਨੈਕਸਟ ਹੈਗਾ ਇਕਾਈ 3 ਕਹਾਣੀ ਰੂਪਾਕਾਰ ਔਰ ਪਹਿਚਾਨ। ਇਹਦੇ ਵਿੱਚ ਵੀ ਸੇਮ ਜਿਵੇਂ ਕਿ ਸਾਡੇ ਸਾਹਿਤ ਵਿੱਚ ਕਵਿਤਾਵਾਂ ਜਿਹੜੀਆਂ ਨੇ ਉਹਨਾਂ ਦੇ ਕਾਲ ਲਿਖੇ ਹੋਏ ਆਦਿਕਾਲ, ਮੱਧਕਾਲ ਔਰ ਆਧੁਨਿਕ ਕਾਲ। ਇਸੇ ਤਰ੍ਹਾਂ ਕਹਾਣੀ ਦਾ ਆਰੰਭ ਵੀ ਪੁਰਾਣੇ ਸਮੇਂ ਤੋਂ ਹੀ ਹੋਇਆ ਹੈ। ਕਹਾਣੀ, ਕੁਝ ਵਿਦਵਾਨਾਂ ਦਾ ਇਹ ਮੰਨਣਾ ਵਾ ਕਿ ਜਦੋਂ ਮਨੁੱਖ ਪੈਦਾ ਹੋਇਆ ਸੀ ਨਾ, ਜਦੋਂ ਮਨੁੱਖ ਦੀ ਹੋਂਦ ਹੋਈ ਸੀ ਧਰਤੀ ਤੇ, ਉਦੋਂ ਹੀ ਤੇ ਉਹਨੂੰ ਕਹਾਣੀਆਂ ਜਿਹੜੀਆਂ ਸੀ ਉਹਨਾਂ ਨੇ ਘੜਨੀਆਂ ਸ਼ੁਰੂ ਕਰ ਦਿੱਤੀਆਂ ਆਪਣੇ ਕੋਲੋਂ, ਜਿਨ੍ਹਾਂ ਨੂੰ ਕਿ ਆਪਾਂ ਲੋਕ ਕਹਾਣੀਆਂ ਕਹਿੰਦੇ ਆ। ਔਰ ਉਹ ਕਹਾਣੀਆਂ ਨੂੰ ਇਨਸਾਨ ਬੜੇ ਹੀ ਆਨੰਦ ਨਾਲ ਆਪਣੇ ਦਾਦੀ ਦਾਦੇ ਕੋਲੋਂ ਜਾਂ ਆਪਣੇ ਵੱਡਿਆਂ ਕੋਲੋਂ ਸ਼ੁਰੂ ਤੋਂ ਹੀ ਸੁਣਦਾ ਆ ਰਿਹਾ, ਔਰ ਉਹਨੂੰ ਇਹਦੇ ਵਿੱਚ ਇੰਨਾ ਜ਼ਿਆਦਾ ਇੰਟਰਸਟ ਹੈ ਕਿ ਇਹ ਕਹਾਣੀਆਂ ਅੱਗੇ ਜਾ ਕੇ ਲੰਬੀਆਂ ਕਹਾਣੀਆਂ ਵਿੱਚ ਬਦਲ ਗਈਆਂ। ਨਿੱਕੀਆਂ ਕਹਾਣੀਆਂ ਜਿਹੜੀਆਂ ਸੀ ਉਹ ਲੰਬੀਆਂ ਕਹਾਣੀਆਂ ਵਿੱਚ ਬਦਲ ਗਈਆਂ, ਜਿਵੇਂ ਕਿ ਨਾਟਕ ਹੋ ਗਏ, ਨਾਵਲ ਹੋ ਗਏ। ਸਭ ਤੋਂ ਪਹਿਲੇ ਆਪਾਂ ਪੇਜ ਨੰਬਰ 20 ਤੇ ਕਰਾਂਗੇ ਜਾਣਕਾਰੀ ਵਿੱਚੋਂ ਸਾਨੂੰ ਕਹਾਣੀ ਦੀ ਪਰਿਭਾਸ਼ਾ ਔਰ ਕਹਾਣੀ ਬਾਰੇ ਵੀ ਪਤਾ ਲੱਗ ਜਾਂਦਾ ਕਿ ਕਿਵੇਂ ਕਹਾਣੀਆਂ ਜਿਹੜੀਆਂ ਸ਼ੁਰੂ ਹੋਈਆਂ ਸੀਗੀਆਂ। ਜਾਣਕਾਰੀ ਵਿੱਚ ਉਹਨਾਂ ਲਿਖਿਆ, ਕਹਾਣੀ ਸੁਣਨ ਤੇ ਸੁਣਾਉਣ ਦੀ ਭੁੱਖ ਮਨੁੱਖ ਦੇ ਆਰੰਭ ਮੁੱਢ ਤੋਂ ਹੈ। ਆਦਿਕਾਲ ਤੋਂ ਹੀ ਮਨੁੱਖ ਕਹਾਣੀਆਂ ਸੁਣਦਾ ਅਤੇ ਸੁਣਾਉਂਦਾ ਆਇਆ ਹੈ। ਅੰਗਰੇਜ਼ੀ ਦੇ ਸ਼ਬਦ ਸ਼ਾਰਟ ਸਟੋਰੀ ਵਾਸਤੇ ਪੰਜਾਬੀ ਦਾ ਪ੍ਰਚਲਿਤ ਸ਼ਬਦ ਕਹਾਣੀ ਹੈ। ਜਾਣੀ ਕਿ ਇੰਗਲਿਸ਼ ਵਿੱਚ ਅਸੀਂ ਕਹਾਣੀ ਨੂੰ ਕਹਿੰਦੇ ਸ਼ਾਰਟ ਸਟੋਰੀ। ਸ਼ਾਰਟ ਸਟੋਰੀ ਦਾ ਮਤਲਬ ਹੁੰਦਾ ਨਿੱਕੀ ਕਹਾਣੀ, ਠੀਕ ਹੈ। ਜਿਹੜੇ ਨਾਵਲ ਔਰ ਜਿਹੜੇ ਨਾਟਕ ਹੁੰਦੇ ਨੇ ਉਹ ਲੰਬੀਆਂ ਕਹਾਣੀਆਂ ਹੁੰਦੀਆਂ, ਜਿਨ੍ਹਾਂ ਨੂੰ ਪੜ੍ਹਨ ਤੇ 2 ਜਾਂ 3 ਹਫ਼ਤੇ ਲੱਗ ਜਾਂਦੇ ਆ, ਉਹਨਾਂ ਨੂੰ ਕਹਿੰਦੇ ਨਾਵਲ ਜਾਂ ਨਾਟਕ। ਕਹਿੰਦਾ ਭਾਵੇਂ ਕੁਝ ਵਿਦਵਾਨਾਂ ਨੇ ਨਿੱਕੀ ਕਹਾਣੀ ਵੀ ਵਰਤਿਆ ਹੈ। ਡਾਕਟਰ ਗੁਰਬਖਸ਼ ਸਿੰਘ ਫਰੈਂਕ ਨੇ ਆਪਣੀ ਸਮੀਖਿਆ ਦੀ ਪੁਸਤਕ ਨਿੱਕੀ ਕਹਾਣੀ ਅਤੇ ਪੰਜਾਬੀ ਕਹਾਣੀ ਵਿੱਚ ਨਿੱਕੀ ਕਹਾਣੀ ਸ਼ਬਦ ਅੰਗਰੇਜ਼ੀ ਦੇ ਸ਼ਾਰਟ ਸਟੋਰੀ ਦੀ ਤਰਜ ਉੱਤੇ ਹੀ ਲਿਆ ਹੈ। ਜਾਣੀ ਕਿ ਜਿਹੜਾ ਮੈਂ ਤੁਹਾਨੂੰ ਓਵਰਵਿਊ ਦਿੱਤਾ ਸੇਮ ਉਹੀ 2 ਲਾਈਨਾਂ ਨੇ। ਅੱਗੇ ਆ ਗਿਆ ਕਹਾਣੀ ਦੇ ਵਿੱਚ ਵੀ ਸੇਮ ਇਹੀ ਲਾਈਨਾਂ ਲਿਖੀਆਂ ਨੇ। ਆਪਾਂ ਜਾਣਕਾਰੀ ਵਿੱਚੋਂ ਵੀ ਕਰ ਸਕਦੇ ਔਰ ਕਹਾਣੀ ਦੇ ਸ਼ੁਰੂਆਤ ਵਿੱਚੋਂ ਵੀ ਕਰ ਸਕਦੇ ਹਾਂ। ਹਾਂਜੀ, ਅੱਗੇ ਇੱਕ ਕੁਐਸਚਨ ਆ ਸਕਦਾ ਸਾਡਾ ਪੇਜ ਨੰਬਰ 23 ਤੇ, ਨਿੱਕੀ ਕਹਾਣੀ ਦੇ ਗੁਣ ਦੱਸੋ। 10 ਮਾਰਕਸ ਦਾ ਕੁਐਸਚਨ, ਨਿੱਕੀ ਕਹਾਣੀ ਦੇ ਗੁਣ। ਨਿੱਕੀ ਕਹਾਣੀ ਦੇ ਗੁਣ ਹੈਗੇ ਆ, ਪਹਿਲਾਂ ਤੇ ਇਹਦਾ ਕਹਾਣੀ ਦੇ ਨਾਮ ਤੋਂ ਹੀ ਇਹਦਾ ਗੁਣ ਆ ਜਾਂਦਾ ਕਿ ਇਹਦਾ ਨਿੱਕਾ ਆਕਾਰ ਹੁੰਦਾ ਹੈ। ਇਹਨੂੰ ਅਸੀਂ ਉਸੇ ਵੇਲੇ ਇਹਦਾ ਅਸੀਂ ਐਂਡ ਪੜ੍ਹ ਸਕਦੇ ਹਾਂ, ਯਾਨੀ ਕਿ 1 ਘੰਟੇ ਦੀ ਜਾਂ 2 ਘੰਟੇ ਵਿੱਚ ਆਪਾਂ ਇਹਨੂੰ ਖਤਮ ਕਰ ਸਕਦੇ ਹਾਂ ਪੜ੍ਹ ਕੇ। ਸਭ ਤੋਂ ਪਹਿਲਾ ਗੁਣ ਇਹਦਾ ਇਹੀ ਹੈ, ਨਿੱਕਾ ਆਕਾਰ। ਦੂਸਰਾ ਹੈਗਾ ਪ੍ਰਭਾਵ ਦੀ ਇਕਸਾਰਤਾ। ਤੀਸਰਾ ਹੈਗਾ ਕਲਾਤਮਕਤਾ। ਚੌਥਾ ਹੈਗਾ ਰੋਚਕਤਾ ਔਰ ਪੰਜਵਾਂ ਹੈਗਾ ਗਤੀਸ਼ੀਲਤਾ। ਹੁਣ ਇਹਦੇ ਮੈਂ ਤੁਹਾਨੂੰ ਓਵਰਵਿਊ ਦੇ ਦਾਂਗੀ। ਨੰਬਰ 1 ਹੈਗਾ ਨਿੱਕਾ ਆਕਾਰ। ਕਹਾਣੀ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਆਕਾਰ ਵਿੱਚ ਨਿੱਕੀ ਹੁੰਦੀ ਹੈ। ਇਸ ਵਿੱਚ ਜੀਵਨ ਦੀ ਮਨੁਚਤਾ ਪੇਸ਼ ਕਰਨ ਦਾ ਯਤਨ ਨਹੀਂ ਕੀਤਾ ਜਾਂਦਾ, ਸਗੋਂ ਜੀਵਨ ਦੇ ਕੇਵਲ ਵਿਸ਼ੇਸ਼ ਅਨੁਭਵ ਦਾ ਹੀ ਤੀਖਣ ਪ੍ਰਗਟਾਵਾ ਹੁੰਦਾ ਹੈ। ਇਹਨਾਂ ਦਾ ਕਹਿਣ ਦਾ ਭਾਵ ਕਿ ਸਾਰੀ ਜੀਵਨ ਦੀ ਸਟੋਰੀ ਨਹੀਂ ਇਹਦੇ ਵਿੱਚ ਲਿਖੀ ਹੁੰਦੀ। ਇਹਦੇ ਵਿੱਚ ਸਿਰਫ ਇਨਸਾਨ ਨਾਲ ਜੋ ਆਪਣੀ ਜ਼ਿੰਦਗੀ ਵਿੱਚ ਵਾਪਰਿਆ ਹੁੰਦਾ ਜਾਂ ਉਹ ਕਲਪਨਾ ਕਰਕੇ ਉਸ ਕਹਾਣੀ ਨੂੰ ਸਿਰਜ ਲੈਂਦਾ ਛੋਟਾ ਜਿਹਾ, ਉਹਨੂੰ ਕਹਿੰਦੇ ਨਿੱਕੀ ਕਹਾਣੀ। ਅੱਗੇ ਆ ਗਿਆ ਪ੍ਰਭਾਵ ਦੀ ਇਕਸਾਰਤਾ। ਇਹਦੇ ਵਿੱਚ ਪ੍ਰਭਾਵ ਦੀ ਇਕਸਾਰਤਾ ਹੋਣੀ ਬਹੁਤ ਜ਼ਰੂਰੀ ਹੈ, ਹੁੰਦੀ ਵੀ ਆ, ਕਿਉਂਕਿ ਜਦੋਂ ਅਸੀਂ ਕੋਈ ਕਹਾਣੀ ਪੜ੍ਹਦੇ ਹਾਂ ਉਹਦਾ ਬਦੋ ਬਦੀ ਸਾਡੇ ਉੱਤੇ ਪ੍ਰਭਾਵ, ਜਾਂ ਛੋਟੇ ਬੱਚਿਆਂ ਉੱਤੇ ਨਿੱਕੀਆਂ ਕਹਾਣੀਆਂ ਸੁਣਨ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ। ਜਿਵੇਂ ਕਿ ਛੋਟੇ ਬੱਚਿਆਂ ਨੂੰ ਰਾਜੇ ਰਾਣੀਆਂ ਦੀਆਂ ਕਹਾਣੀਆਂ ਜਦੋਂ ਸੁਣਦੇ ਆ ਤੇ ਉਹਨਾਂ ਉੱਤੇ ਕਾਫੀ ਦਿਨ ਉਹੀ ਪ੍ਰਭਾਵ ਪਿਆ ਰਹਿੰਦਾ। ਕਹਾਣੀਕਾਰ ਨੂੰ ਜੀਵਨ ਦੇ ਅਜਿਹੇ ਛਿੰਨ ਦਾ ਬਿਆਨ ਕਰਨਾ ਚਾਹੀਦਾ ਹੈ ਜੋ ਪਾਠਕਾਂ ਦੇ ਮਨ ਉੱਪਰ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦਾ ਹੈ। ਕਈ ਵਾਰ ਕਹਾਣੀਕਾਰ ਅਜਿਹੀਆਂ ਘਟਨਾਵਾਂ ਨੂੰ ਬਿਆਨਣ ਦੀ ਗਲਤੀ ਵੀ ਕਰ ਲੈਂਦੇ ਹਨ ਜਿਨ੍ਹਾਂ ਦੀ ਸਾਡੇ ਜੀਵਨ ਵਿੱਚ ਖਾਸ ਮਹਾਨਤਾ ਨਹੀਂ ਹੁੰਦੀ, ਜਿਸ ਕਾਰਨ ਕਹਾਣੀ ਪ੍ਰਭਾਵਹੀਨ ਹੋ ਜਾਂਦੀ ਹੈ। ਕਈ ਕਵੀਆਂ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਇੰਨੀਆਂ ਪ੍ਰਚਲਿਤ ਨਹੀਂ ਹੁੰਦੀਆਂ। ਉਹਨਾਂ ਦਾ ਕਹਿਣ ਦਾ ਭਾਵ ਕਿ ਕੁਝ ਜਿਹੜੇ ਕਵੀ ਨੇ ਜਦੋਂ ਕਹਾਣੀਆਂ ਇਸ ਤਰ੍ਹਾਂ ਦੀਆਂ ਲਿਖ ਦਿੰਦੇ ਜਿਨ੍ਹਾਂ ਦਾ ਕਿ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਬਿਆਨਬਾਜ਼ੀ ਕਰ ਦਿੰਦੇ ਜਿਨ੍ਹਾਂ ਦਾ ਸਾਡੇ ਜੀਵਨ ਉੱਤੇ ਨਾ ਤੇ ਪ੍ਰਭਾਵ ਪੈਂਦਾ, ਤੇ ਉਹ ਇਹੋ ਹੀ ਉਹਨਾਂ ਦੀ ਗਲਤੀ ਹੁੰਦੀ ਹੈ ਕਿ ਉਹ ਕਹਾਣੀਆਂ ਕਿਸੇ ਉੱਤੇ ਪ੍ਰਭਾਵ ਨਹੀਂ ਪਾ ਸਕਦੀਆਂ ਤੇ ਉਹਨਾਂ ਨੂੰ ਕੋਈ ਜ਼ਿਆਦਾ ਇੰਟਰਸਟ ਨਾਲ ਨਹੀਂ ਪੜ੍ਹਦਾ। ਇਹ ਮੈਂ ਪਹਿਲੇ ਵੀ ਤੁਹਾਨੂੰ ਦੱਸ ਚੁੱਕੀ ਕਿ ਕਹਾਣੀ ਲਿਖਣਾ ਹਰ ਇੱਕ ਦੀ ਜਾਂ ਕਵਿਤਾ ਲਿਖਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਵਿਤਾ ਨੂੰ ਸਿਰਜਣ ਵਾਸਤੇ ਸਭ ਤੋਂ ਪਹਿਲੇ ਸੂਝ-ਬੂਝ ਔਰ ਜਿਹੜਾ ਸਮਝ ਹੋਣੀ ਚਾਹੀਦੀ ਹੈ। ਅੱਗੇ ਆ ਗਿਆ ਨੰਬਰ 3 ਕਲਾਤਮਕਤਾ। ਕਹਾਣੀ ਵਿੱਚ ਕਲਾਤਮਕਤਾ ਦਾ ਹੋਣਾ ਵੀ ਜ਼ਰੂਰੀ ਹੈ। ਉਸਨੂੰ ਹਮੇਸ਼ਾ ਕਹਾਣੀ ਦੇ ਰੂਪ ਦੀਆਂ ਸੀਮਾਵਾਂ ਦੇ ਅੰਦਰ ਹੀ ਰੱਖਣਾ ਚਾਹੀਦਾ ਹੈ। ਜੇਕਰ ਕਹਾਣੀ ਵਿੱਚ ਸਿੱਧੀ ਬਿਆਨਬਾਜ਼ੀ ਹੋਵੇਗੀ ਤਾਂ ਉਹ ਸਿਰਫ ਇੱਕ ਦਸਤਾਵੇਜ਼ ਜਿਹੀ ਬਣ ਕੇ ਰਹਿ ਜਾਵੇਗੀ। ਅੱਗੇ ਆ ਗਿਆ ਨੰਬਰ 4 ਰੋਚਕਤਾ। ਕਹਾਣੀ ਰੋਚਕਤਾ ਦਾ ਹੋਣਾ ਮਤਲਬ ਕਿ ਇੰਟਰਸਟ ਹੋਣਾ ਬਹੁਤ ਚਾਹੀਦਾ, ਉਹਨੂੰ ਪੜ੍ਹਨ ਦਾ ਮਜ਼ਾ ਆਵੇ ਕਹਾਣੀ ਨੂੰ, ਜਿਹੜੇ ਕਿ ਉਹਨੂੰ ਬਾਰ-ਬਾਰ ਪੜ੍ਹੋ ਤੇ ਉਹ ਵਧੀਆ ਲੱਗੇ। ਕਹਾਣੀ ਵਿੱਚ ਰੋਚਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਰੋਚਕਤਾ ਤੋਂ ਬਗੈਰ ਤਾਂ ਹਰ ਇੱਕ ਸਾਹਿਤ ਰਚਨਾ
ਫਿੱਕੀ ਜਿਹੀ ਹੋ ਕੇ ਰਹਿ ਜਾਂਦੀ ਹੈ। ਬਸ ਇਹਦੇ ਵਿੱਚ 2 ਕੀ ਲਾਈਨ ਆਪਾਂ ਕਰਾਂਗੇ। ਅੱਗੇ ਆ ਗਿਆ ਗਤੀਸ਼ੀਲਤਾ। ਗਤੀਸ਼ੀਲਤਾ ਵੀ ਕਹਾਣੀ ਦਾ ਇੱਕ ਜ਼ਰੂਰੀ ਗੁਣ ਹੈ। ਉਹਦੇ ਵਿੱਚ ਹੋਣਾ ਚਾਹੀਦੀ ਗਤੀਸ਼ੀਲਤਾ ਹੋਣੀ ਚਾਹੀਦੀ। ਕਹਾਣੀ ਵਿੱਚ ਗਤੀਸ਼ੀਲਤਾ ਦਾ ਵਿਸ਼ੇਸ਼ ਗੁਣ ਹੁੰਦਾ ਹੈ। ਕਹਾਣੀ ਦੀ ਚਾਲ ਨਾਵਲ ਵਾਂਗ ਸੁਖਮ ਨਹੀਂ ਸਗੋਂ ਤੇਜ਼ ਹੁੰਦੀ ਹੈ। ਇਹਦਾ ਮੀਨਿੰਗ ਕਹਿਣ ਦਾ ਭਾਵ ਕਿ ਜਿਹੜੇ ਨਾਵਲ ਹੁੰਦੇ ਉਹ ਲੰਬੀਆਂ ਕਹਾਣੀਆਂ ਹੁੰਦੀਆਂ, ਉਹਨਾਂ ਨੂੰ ਪੜ੍ਹਨ ਤੇ 3-3 4-4 ਹਫ਼ਤੇ ਲੱਗ ਜਾਂਦੇ। ਰੋਜ਼ ਉਹਨਾਂ ਨੂੰ ਥੋੜਾ ਥੋੜਾ ਪੜ੍ਹ ਕੇ ਤੇ ਫਿਰ ਉਹ ਖਤਮ ਹੁੰਦਾ। ਜਦ ਕਿ ਕਹਾਣੀ ਨੂੰ ਅਸੀਂ ਜਦੋਂ ਸ਼ੁਰੂ ਕਰਦੇ 1-2 ਘੰਟਿਆਂ ਵਿੱਚ ਉਹਦਾ ਐਂਡ ਵੀ ਪਤਾ ਲੱਗ ਜਾਂਦਾ, ਉਹਦਾ ਮੋਰਲ ਵੀ ਪਤਾ ਲੱਗ ਜਾਂਦਾ। ਇਸ ਕਰਕੇ ਗਤੀਸ਼ੀਲਤਾ ਛੋਟੀ ਕਹਾਣੀ ਵਿੱਚ ਹੁੰਦੀ ਹੈ। ਨੈਕਸਟ ਆ ਜਾਓ ਇਕਾਈ 4। ਇਕਾਈ 4 ਵਿੱਚ ਕਹਾਣੀ ਦੀ ਪਰਿਭਾਸ਼ਾ ਲਿਖੀ ਹੋਈ ਆ, ਬਟ ਇਹ ਕਹਾਣੀ ਦੀ ਪਰਿਭਾਸ਼ਾ ਆਪਾਂ ਇਹਦੇ ਵਿੱਚੋਂ ਨਹੀਂ ਕਰਾਂਗੇ। ਇਹਦੇ ਵਿੱਚ ਵੀ 29 ਤੇ ਇਹਦੀ ਜਾਣਕਾਰੀ ਵਿੱਚ ਹੈਗਾ। ਇਹਦੀ ਅਸੀਂ ਪਰਿਭਾਸ਼ਾ ਪਿਛਲੇ ਚੈਪਟਰ ਇਕਾਈ 3 ਵਿੱਚ ਕਰ ਚੁੱਕੇ ਆ ਕਿ ਕਹਾਣੀ ਜਿਹੜੀ ਆ ਉਹ ਇਨਸਾਨ ਦੀ ਭੁੱਖ ਜਿਹੜੀ ਕਹਾਣੀ ਸ਼ੁਰੂ ਤੋਂ ਹੀ ਉਹਦੇ ਮਨ ਵਿੱਚ ਇਹ ਭੁੱਖ ਸੀ ਕਹਾਣੀਆਂ ਸੁਣਨਾ ਤੇ ਸੁਣਾਉਣਾ, ਕਿਉਂਕਿ ਇਹਦੇ ਵਿੱਚ ਉਹਨੂੰ ਆਨੰਦ ਆਉਂਦਾ ਸੀ। ਅੱਜ ਵੀ ਛੋਟੇ ਬੱਚਿਆਂ ਨੂੰ ਜੇਕਰ ਕੋਈ ਕਹਾਣੀ ਸੁਣਾਏ ਤੇ ਉਹ ਵੀ ਬੜੇ ਇੰਟਰਸਟ ਨਾਲ ਸੁਣਦੇ ਆ। ਕਹਾਣੀ ਦੀ ਪਰਿਭਾਸ਼ਾ 2 ਮਾਰਕਸ ਦਾ ਕੁਐਸਚਨ। ਅੱਗੇ ਆ ਗਿਆ ਕਹਾਣੀ ਦਾ ਇਤਿਹਾਸਿਕ ਪਿਛੋਕੜ। ਵੈਰੀ ਇੰਪੋਰਟੈਂਟ ਕੁਐਸਚਨ ਹੈ 10 ਮਾਰਕਸ ਦਾ। ਕਹਾਣੀ ਦਾ ਇਤਿਹਾਸਿਕ ਪਿਛੋਕੜ, ਜਿਵੇਂ ਕਵਿਤਾ ਦਾ ਇਤਿਹਾਸਿਕ ਪਿਛੋਕੜ ਸੀਗਾ ਉਸੇ ਤਰ੍ਹਾਂ ਇਹਦੇ ਵਿੱਚੋਂ ਇੱਕ ਕੁਐਸਚਨ ਆਉਣਾ 10 ਮਾਰਕਸ ਦਾ, ਕਹਾਣੀ ਦਾ ਇਤਿਹਾਸਿਕ ਪਿਛੋਕੜ। ਇਹਦੀ ਸਟਾਰਟਿੰਗ ਅਸੀਂ ਇਸ ਤਰ੍ਹਾਂ ਹੀ ਕਰਾਂਗੇ ਕਿ ਕਹਾਣੀ ਦਾ ਇਤਿਹਾਸਿਕ ਪਿਛੋਕੜ ਜਿਹੜਾ ਵਾ ਉਹਦਾ ਪੱਕਾ ਨਹੀਂ ਸਾਨੂੰ ਪਤਾ ਕਿੱਥੋਂ ਸ਼ੁਰੂ ਹੋਇਆ। ਇੰਨਾ ਕਿਹਾ ਜਾ ਸਕਦਾ ਹੈ ਕਿ ਇਨਸਾਨ ਜਿਹੜਾ ਸੀ ਮੁੱਢ ਕਦੀਮ ਤੋਂ ਹੀ ਕਹਾਣੀਆਂ ਨੂੰ ਸੁਣਦਾ ਤੇ ਸੁਣਾਉਂਦਾ ਆਇਆ ਹੈ। ਉਸ ਨੂੰ ਕਹਾਣੀਆਂ ਸੁਣਨਾ ਤੇ ਸੁਣਾਉਣਾ ਬਹੁਤ ਜ਼ਿਆਦਾ ਪਸੰਦ ਆ। ਆਪਣੇ ਕੋਲੋਂ 3 ਪੁਆਇੰਟ ਲਿਖਾਂਗੇ ਕਿ ਕਹਾਣੀ ਦਾ ਆਦਿ ਕਾਲ। ਦੂਸਰਾ ਪੁਆਇੰਟ ਸੇਮ ਉਸੇ ਤਰ੍ਹਾਂ ਕਵਿਤਾ ਵਾਂਗੂ ਮੱਧ ਕਾਲ ਦੀਆਂ ਕਹਾਣੀਆਂ, ਔਰ ਤੀਸਰਾ ਹੈਗਾ ਵਾ ਆਧੁਨਿਕ ਕਾਲ ਦੀਆਂ ਕਹਾਣੀਆਂ। ਆਦਿ ਕਾਲ ਦੀਆਂ ਕਹਾਣੀਆਂ ਤੇ ਉਹਨਾਂ ਕਹਾਣੀਆਂ ਨੂੰ ਕਿਹਾ ਜਾਂਦਾ ਜਿਹੜੀਆਂ ਕਿ ਲੋਕ ਕਹਾਣੀਆਂ ਹੁੰਦੀਆਂ, ਜਿਨ੍ਹਾਂ ਬਾਰੇ ਕੁਝ ਪਤਾ ਨਹੀਂ ਆ ਕਿ ਕਿਹੜੇ ਟਾਈਮ 'ਚ ਕਦੋਂ ਅਤੇ ਕਿਹੜੇ ਲੋਕਾਂ ਨੇ ਉਹਨੂੰ ਸਿਰਜਿਆ, ਕਿਹਨਾਂ ਨੇ ਲਿਖੀਆਂ ਸੀ ਉਹ ਕਹਾਣੀਆਂ। ਜਿਵੇਂ ਕਿ ਰਾਜੇ ਰਾਣੀਆਂ ਦੀਆਂ ਹੋਈਆਂ, ਪਰੀਆਂ ਦੀਆਂ ਹੋਈਆਂ, ਜਿਵੇਂ ਕਿ ਪੰਛੀਆਂ ਦੀਆਂ ਹੋਈਆਂ ਜਾਂ ਜਾਨਵਰਾਂ ਦੀਆਂ ਹੋਈਆਂ। ਮੱਧਕਾਲ ਦੀਆਂ ਕਹਾਣੀਆਂ ਜਿਹੜੀਆਂ ਉਹ ਸਾਨੂੰ ਅੱਗੇ ਜਾ ਕੇ ਬੁੱਕ ਵਿੱਚ ਮਿਲ ਜਾਣੀਆਂ ਨੇ, ਜਾਂ ਮੱਧਕਾਲ ਦੇ ਕਵੀਆਂ ਬਾਰੇ ਆਪਾਂ ਜਿਹੜੇ ਹੈਗੇ ਆ ਕਹਾਣੀਕਾਰ ਉਹਨਾਂ ਬਾਰੇ ਪੜ੍ਹ ਕੇ ਸਾਨੂੰ ਪਤਾ ਲੱਗ ਜਾਣਾ ਕਿ ਉਹਨਾਂ ਕਿਹੜੀਆਂ ਕਹਾਣੀਆਂ ਲਿਖੀਆਂ। ਉਹਦੇ ਵਿੱਚ ਆਪਾਂ ਲਿਖਾਂਗੇ ਕਿ ਮੱਧਕਾਲ ਵਿੱਚ ਲਿਖੀਆਂ ਗਈਆਂ ਕਹਾਣੀਆਂ ਇਹ ਕਈ ਕਵੀ ਨੇ ਲਿਖੀਆਂ, ਕਹਾਣੀਕਾਰ ਨੇ ਲਿਖੀਆਂ, ਉਹਨਾਂ ਕਹਾਣੀਕਾਰਾਂ ਦੇ ਨਾਮ ਲਿਖ ਦਾਂਗੇ। ਉਸ ਤੋਂ ਬਾਅਦ ਆਧੁਨਿਕ ਕਹਾਣੀਆਂ ਜਿਹੜੀਆਂ ਉਹ ਅਸੀਂ ਸੇਮ ਕਵਿਤਾ ਵਾਂਗੂ ਲਿਖਾਂਗੇ ਕਿ 1900 ਈਸਵੀ ਤੋਂ ਸ਼ੁਰੂ ਹੋ ਕੇ ਅੱਜ ਤੱਕ ਚੱਲ ਰਹੀਆਂ ਨੇ। ਅੰਗਰੇਜ਼ਾਂ ਦੇ, ਜਾਂ ਆਪਾਂ ਸਿੰਪਲ ਲਿਖਾਂਗੇ ਅੰਗਰੇਜ਼ਾਂ ਦੇ ਸਮੇਂ ਤੋਂ ਸ਼ੁਰੂ ਹੋ ਕੇ ਅੱਜ ਤੱਕ ਇਹ ਕਹਾਣੀਆਂ ਜਿਹੜੀਆਂ ਚੱਲ ਰਹੀਆਂ ਨੇ। ਇਹਦੇ ਵਿੱਚ ਵੀ ਸੇਮ ਹੀ ਆ ਕਿ ਉਹ ਜਿਹੜੀਆਂ ਕਹਾਣੀਆਂ ਨੇ ਜਾਂ ਤੇ ਸਾਡੇ ਵਾਤਾਵਰਨ ਨਾਲ ਰਿਲੇਟਡ ਹੁੰਦੀਆਂ ਜਾਂ ਫਿਰ ਜਿਹੜੇ ਕਹਾਣੀਕਾਰ ਨੇ ਉਹਨਾਂ ਨੇ ਆਪਣੇ ਮਨ ਤੋਂ ਉਹ ਕਹਾਣੀਆਂ ਜਿਹੜੀਆਂ ਉਹ ਬਣਾਈਆਂ ਹੁੰਦੀਆਂ ਨੇ। ਅੱਗੇ ਆ ਗਿਆ ਪੇਜ ਨੰਬਰ 33। ਕਹਾਣੀ ਦੇ ਤੱਤ। ਸੇਮ ਜਿਸ ਤਰ੍ਹਾਂ ਆਪਾਂ ਕਵਿਤਾ ਦੇ ਤੱਤ ਲਿਖੇ ਆ ਉਸੇ ਤਰ੍ਹਾਂ ਆਪਾਂ ਕਹਾਣੀ ਦੇ ਤੱਤ ਵੀ ਲਿਖਾਂਗੇ। ਕਹਾਣੀ ਦੇ ਤੱਤ ਹੈਗੇ ਨੇ ਪੇਜ ਨੰਬਰ, ਵੈਰੀ ਇੰਪੋਰਟੈਂਟ ਕੁਐਸਚਨ। ਇਹ ਵੀ 2 ਮਾਰਕਸ ਦਾ ਵੀ ਆ ਸਕਦਾ ਔਰ 10 ਦਾ ਵੀ ਆ ਸਕਦਾ। ਜਦੋਂ ਅਸੀਂ ਕਹਾਣੀ ਦੇ ਤੱਤ ਲਿਖਣੇ ਆ ਇਹਦੇ ਵਿੱਚ ਥੋੜੀਆਂ ਜਿਹੀਆਂ ਡਿਫੀਕਲਟ ਜਿਹੀਆਂ ਲਾਈਨਾਂ ਵਾ, ਇਹਨਾਂ ਨੂੰ ਛੱਡ ਕੇ ਆਪਾਂ ਕਹਾਣੀ ਦੀ ਜਿਹੜੀ ਜਾਣਕਾਰੀ ਉੱਥੋਂ ਕੁਝ ਮਟੀਰੀਅਲ ਲਵਾਂਗੇ ਔਰ ਬਾਅਦ ਵਿੱਚ ਇਹਦੇ ਤੱਤ ਲਿਖ ਦਾਂਗੇ। ਪੇਜ ਨੰਬਰ 34 ਤੇ ਪਹਿਲਾ ਹੈਗਾ ਬਿਰਤਾਂਤਕਾਰ, ਦੂਸਰਾ ਹੈਗਾ ਘਟਨਾ, ਤੀਸਰਾ ਹੈਗਾ ਵਾਤਾਵਰਨ, ਚੌਥਾ ਹੈਗਾ ਭਾਸ਼ਾ, ਪਲਾਟ, ਪਾਤਰ, ਬਿੰਬ ਅਤੇ ਪ੍ਰਤੀਕ ਔਰ ਦ੍ਰਿਸ਼ਟੀਕੋਣ। ਪਹਿਲਾ ਹੈਗਾ ਕਥਾ ਵਸਤੂ, ਜਾਨੀ ਕਿ ਬਿਰਤਾਂਤ ਨੂੰ ਉਹਨਾਂ ਨੇ ਕਥਾ ਵਸਤੂ ਵੀ ਕਿਹਾ ਵਾ। ਕਿਸੇ ਨੇ ਵੀ ਕਹਾਣੀ ਨੂੰ ਲਿਖਣ ਵਾਸਤੇ ਉਹਦੇ ਕੋਲ ਬੇਸ ਜਾਂ ਬਿਰਤਾਂਤ ਹੋਣਾ ਚਾਹੀਦਾ, ਉਹਦੇ ਜੀਵਨ ਵਿੱਚ ਬੀਤੀ ਕੋਈ ਘਟਨਾ ਹੋਣੀ ਚਾਹੀਦੀ ਹੈ, ਜਾਂ ਉਹਦੇ ਮਨ ਵਿੱਚ ਕੋਈ ਉਗਰਦੀ ਹੋਈ ਇਸ ਤਰ੍ਹਾਂ ਦੀ ਘਟਨਾ ਹੋਵੇ ਜਿਹਨੂੰ ਉਹ ਕਹਾਣੀ ਦੇ ਰੂਪ ਵਿੱਚ ਕਹਾਣੀਕਾਰ ਜਿਹੜਾ ਪੇਸ਼ ਕਰ ਸਕੇ, ਉਹਨੂੰ ਕਹਿੰਦੇ ਕਥਾ ਵਸਤੂ ਜਾਂ ਬਿਰਤਾਂਤਕਾਰ।
ਊੜੇ ਤੇ ਮੈਂ ਪੜਾਂਗੀ पेज नंबर 34 थोड़ियां जी लाइनां मैं पढ़ दांगी। कथा वस्तु कहानी का मुख्य तत्त है। इसनूं कहानी का प्लाट जां गोद भी कहा जाता है। मनुखी जीवन की हर एक घटना कथा कहानी का कथा वस्तु बनने की संभावना रखती है। कहानी का उद्देश क्योंकि जीवन के किसी पक्ष जां मनुखी सुभाਅ के किसी विशेष पक्ष ते रोशनी पाउंदा है, इसलिए कहानी साडे जीवन नाल वध तों वध संबंध रखती है। इसलिए कहानी विच लगभग हर प्रकार दे विषय नूं छुआ जा सकता है, यानी कि हर तरह के विषय नूं लिखिया जा सकता है। उस तो अगे हैगा वा पात्र चित्रण, जानी कि उहदे विच करैक्टर किहड़े किहड़े ने। जिवें कि आपां नॉवल पढ़दे आ, नॉवल दे विच जां जिहड़ियां 10th क्लास की जिहड़ी पंजाबी की बुक हुंदी ना, उहदे विच काफ़ी सारे इस तरह दीयां कहानियां लिखियां हुंदियां जिन्हां दे विच पात्र भी लिखे हुंदे ने। जिवें कि दूजा विआह एक ना मैनूं हुण तक वो कहानी याद है, जिहदे विच एक मनजीत हुंदी, एक निहाल कौर हुंदी आ और एक उहदा पुत्तर हुंदा है, ओहदी सੱਸ हुंदी है। जिस तरह ਉਹਦੀ ਉਹ ਨਿਹਾਲ ਕੌਰ ਕਹਿੰਦੀ, ਉਸੇ ਤਰ੍ਹਾਂ ਨਿਹਾਲ ਕੌਰ ਦੇ ਅੱਗੇ ਉਹਦੇ ਡਾਇਲੌਗ ਲਿਖੇ ਹੁੰਦੇ ਆ। ਫਿਰ ਮਨਜੀਤ ਦੇ ਡਾਇਲੌਗ ਲਿਖੇ ਹੁੰਦੇ, ਉਹਨੂੰ ਕਹਿੰਦੇ ਆ ਪਾਤਰ ਚਿੱਤਰਨ। ਕਹਾਣੀ ਨੂੰ ਘੜਨ ਵਾਸਤੇ ਉਹਦੇ ਵਿੱਚ ਪਾਤਰ ਚਿੱਤਰਨ ਹੋਣੇ ਚਾਹੀਦੇ ਆ। ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਹੜੀ ਕਹਾਣੀ ਜਦੋਂ ਆਪਾਂ ਉਹਨੂੰ ਸਟੇਜ ਤੇ ਪਰਫਾਰਮ ਕਰਦੇ ਹਾਂ ਤੇ ਉਹਦੇ ਵਿੱਚ ਉਹ ਪਾਤਰ ਚਿੱਤਰਨ ਹੁੰਦੇ ਨੇ ਜਿਹੜੇ ਕਿ ਆਪਣੇ ਆਪਣੇ ਡਾਇਲੌਗ ਬੋਲਦੇ ਨੇ। ਵਿੱਚੋਂ ਵੀ ਲਾਈਨਾਂ ਆਪਾਂ 2-4 ਅੰਡਰਲਾਈਨ ਕਰਾਂਗੇ। ਪਾਤਰ ਚਿੱਤਰਨ ਦਾ ਕਹਾਣੀ ਵਿੱਚ ਮਹੱਤਵਪੂਰਨ ਸਥਾਨ ਹੈ, ਕਿਉਂਕਿ ਜੇਕਰ ਪਾਤਰ ਚਿੱਤਰਨ ਨਹੀਂ ਹੋਣਗੇ ਤੇ ਕਹਾਣੀ ਨੂੰ ਪਰਫਾਰਮ ਕਿਵੇਂ ਕੀਤਾ ਜਾਊਗਾ। ਭਾਵੇਂ ਕਹਾਣੀ ਵਿੱਚ ਘਟਨਾਵਾਂ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ, ਪਰ ਘਟਨਾਵਾਂ ਕਦੇ ਵੀ ਆਪਣੇ ਆਪ ਨਹੀਂ ਵਾਪਰ ਸਕਦੀਆਂ। ਕਹਾਣੀਕਾਰ ਘਟਨਾਵਾਂ ਨੂੰ ਵਿਸ਼ੇਸ਼ ਪ੍ਰਸੰਗ ਵਿੱਚ ਪੇਸ਼ ਕਰਦਾ ਹੈ ਅਤੇ ਅਜਿਹਾ ਪ੍ਰਸੰਗ ਦੇਣ ਲਈ ਹੀ ਉਹ ਪਾਤਰਾਂ ਦੀ ਸਿਰਜਣਾ ਕਰਦਾ ਹੈ, ਕਿਉਂਕਿ ਉਹ ਆਪਣੀਆਂ ਗੱਲਾਂ ਨੂੰ ਪਾਤਰਾਂ ਦੇ ਰਾਹੀਂ ਦੱਸਣਾ ਚਾਹੁੰਦਾ। ਇਸੇ ਕਰਕੇ ਕਹਾਣੀ ਦੇ ਵਿੱਚ ਪਾਤਰ ਚਿੱਤਰਨ ਜਾਂ ਪਾਤਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਪਾਤਰ ਚਿੱਤਰਨ ਦੀ ਸਫਲਤਾ ਦੇ ਆਧਾਰ ਤੇ ਹੀ ਕਹਾਣੀ ਦੀ ਸਫਲਤਾ ਨਿਰਭਰ ਕਰਦੀ ਹੈ। ਜਦੋਂ ਵੀ ਕੋਈ ਸਟੇਜ ਸ਼ੋਅ ਹੁੰਦੇ ਨੇ ਜਾਂ ਕੋਈ ਨਾਟਕ ਜਿਹੜਾ ਵਾ ਪਰਫਾਰਮ ਕੀਤਾ ਜਾਂਦਾ, ਜਿਸ ਤਰ੍ਹਾਂ ਉਹ ਪਾਤਰ ਜਿਹੜੇ ਉਹਦੇ ਪਾਤਰ ਹੁੰਦੇ ਨੇ, ਜਿੰਨਾ ਵਧੀਆ ਪਰਫਾਰਮ ਕਰਦੇ ਨੇ, ਜਿੰਨਾ ਵਧੀਆ ਬੋਲਦੇ ਨੇ, ਉਨਾ ਹੀ ਉਹ ਨਾਟਕ ਜਿਹੜਾ ਉਹ ਥੀਏਟਰ ਤੇ ਚੱਲਦਾ ਵਾ। ਅੱਗੇ ਵਾਰਤਾਲਾਪ। ਤੀਸਰਾ ਤੱਤ ਹੈਗਾ ਉਹਦਾ ਵਾਰਤਾਲਾਪ। ਵਾਰਤਾਲਾਪ ਦਾ ਮਤਲਬ ਹੁੰਦਾ ਡਾਇਲੌਗ, ਜਿਹੜੇ ਉਹ ਬੋਲਦੇ ਨੇ ਇੱਕ ਦੂਜੇ ਦੇ ਨਾਲ, ਉਹਨੂੰ ਕਹਿੰਦੇ ਵਾਰਤਾਲਾਪ। ਵਾਰਤਾਲਾਪ ਦਾ ਕਹਾਣੀ ਵਿੱਚ ਪ੍ਰਮੁੱਖ ਸਥਾਨ ਹੈ, ਕਿਉਂਕਿ ਜਿਹੜੇ ਪਾਤਰ ਨੇ ਉਹ ਗੂੰਗੇ ਬੋਲੇ ਨੇ, ਉਹ ਇੱਕ ਦੂਜੇ ਨਾਲ ਗੱਲ ਕਰਨਗੇ, ਉਹ ਜਿਹੜੇ ਉਹਨਾਂ ਨੂੰ ਡਾਇਲੌਗ ਮਿਲੇ ਹੋਣਗੇ ਉਹ ਬੋਲਣਗੇ ਤੇ ਫਿਰ ਉਸ ਕਹਾਣੀ ਦੀ ਸਾਰਿਆਂ ਨੂੰ ਸਮਝ ਆਊਗੀ। ਸਥਾਨ ਹੈ ਕਿਉਂਕਿ ਕਥਾਨਕ ਦੇ ਵਿਸਥਾਰ ਅਤੇ ਪਾਤਰ ਚਿੱਤਰਨ ਦਾ ਪ੍ਰਮੁੱਖ ਆਧਾਰ ਵਾਰਤਾਲਾਪ ਹੀ ਬਣਦੇ ਹਨ। ਵਾਰਤਾਲਾਪ ਹੁੰਦਾ ਇੱਕ ਦੂਜੇ ਨਾਲ ਗੱਲ ਕਰਨੀ। ਵਾਰਤਾਲਾਪ ਦੁਆਰਾ ਪਾਤਰਾਂ ਦੇ ਚਿੱਤਰਨ ਵਿੱਚ ਵਿਲੱਖਣਤਾ ਅਤੇ ਸੁਭਾਵਿਕਤਾ ਆਉਂਦੀ ਹੈ ਅਤੇ ਇਹ ਵਰਣਨ ਵੀ ਰੋਚਕ ਤੇ ਰਵਾਨੀ ਭਰਪੂਰ ਬਣ ਜਾਂਦਾ ਹੈ। ਕਹਾਣੀ ਵਿੱਚ ਲੋੜੀਂਦੀ ਵਾਤਾਵਰਨ ਵਾਰਤਾਲਾਪ ਰਾਹੀਂ ਹੀ ਉਸਾਰਿਆ ਜਾ ਸਕਦਾ ਹੈ, ਜਿਸ ਨਾਲ ਕਹਾਣੀ ਵਿੱਚ ਸੁਭਾਵਿਕਤਾ ਅਤੇ ਯਥਾਰਥਿਕਤਾ ਦੇ ਗੁਣ ਪੈਦਾ ਹੁੰਦੇ ਹਨ। ਵਾਰਤਾਲਾਪ ਚੁਸਤ ਸੁਭਾਵਿਕਤਾ ਅਤੇ ਪਾਤਰਾਂ ਦੇ ਅਨੁਕੂਲ ਹੋਣੀ ਚਾਹੀਦੀ ਹੈ, ਯਾਨੀ ਕਿ ਜਿਸ ਤਰ੍ਹਾਂ ਦਾ ਪਾਤਰ ਹੈ ਨਾ, ਉਸ ਤਰ੍ਹਾਂ ਦੀ ਉਹਨਾਂ ਨੂੰ ਵਾਰਤਾਲਾਪ ਦਿੱਤੀ ਜਾਣੀ ਚਾਹੀਦੀ ਹੈ। ਇਹਨਾਂ ਪਾਤਰਾਂ ਦੀ ਮਨੋਦਸ਼ਾ, ਗੁਣਾ ਅਵਗੁਣਾ, ਸ਼ਖਸੀਅਤਾਂ ਅਤੇ ਯੋਗਤਾਵਾਂ ਦੇ ਅਨੁਕੂਲ ਹੋਣਾ ਵੀ ਲਾਜ਼ਮੀ ਹੈ। ਲੰਮੇ ਸਮੇਂ ਵਾਰਤਾਲਾਪ ਅਤੇ ਸੁਸਤ ਗਤੀ ਦਾ ਵਾਤਾਵਰਨ ਚਿੱਤਰਨ ਕਹਾਣੀ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਂਦਾ ਹੈ। ਉਹਨਾਂ ਦਾ ਭਾਵ ਕਿ ਲੰਬੇ ਸਮੇਂ ਤੱਕ ਜੇਕਰ ਦੋ ਜਣੇ ਲੰਬੇ ਸਮੇਂ ਤੱਕ ਸਟੇਜ ਤੇ ਗੱਲ ਕਰਨਗੇ ਤੇ ਉਹ ਵੀ ਕਹਾਣੀ ਨੂੰ ਸੁਸਤ ਜੀ ਬਣਾ ਦਿੰਦਾ, ਯਾਨੀ ਕਿ ਉਹ ਕਹਾਣੀ ਅੱਗੇ ਜਦੋਂ ਚੱਲਦੀ ਨਹੀਂ ਆ ਤੇ ਫਿਰ ਲੋਕ ਉਹਦੇ ਵਿੱਚ ਇੰਟਰਸਟ ਲੈਣਾ ਛੱਡ ਦਿੰਦੇ ਆ। ਡਾਇਲੌਗ ਹੋਣ, ਥੋੜੇ ਜਿਹੇ ਹੋਣ ਔਰ ਪਾਏਦਾਰ ਜਿਹਨੂੰ ਆਪਾਂ ਕਹਿ ਸਕਦੇ, ਉਹ ਹੋਣੇ ਚਾਹੀਦੇ। ਉਹਨਾਂ ਦਾ ਕਹਿਣ ਦਾ ਭਾਵ ਇਹ ਆ। ਅੱਗੇ ਆ ਗਿਆ ਵਾਤਾਵਰਨ। ਕਹਾਣੀ ਵਿੱਚ ਵਾਤਾਵਰਨ ਦੇ ਦ੍ਰਿਸ਼ ਚਿੱਤਰਨ ਦਾ ਵੀ ਮਹੱਤਵ ਹੈ। ਕਹਾਣੀ ਕਿਉਂਕਿ ਜੀਵਨ ਦੀ ਵਿਸ਼ੇਸ਼ ਘਟਨਾ ਜਾਂ ਪਰਿਸਥਿਤੀ ਦਾ ਭਾਵੁਕ ਪ੍ਰਗਟਾਵਾ ਹੈ, ਜਿਸ ਕਰਕੇ ਉਹ ਵਿਸ਼ੇਸ਼ ਘਟਨਾ ਨੂੰ ਸਮੁੱਚੇ ਵਾਤਾਵਰਨ ਦੇ ਚਿੱਤਰਨ ਦੁਆਰਾ ਪੇਸ਼ ਕਰਨ ਨਾਲ ਕਹਾਣੀ ਵਿੱਚ ਯਥਾਰਥਕਤਾ ਅਤੇ ਸੁਭਾਵਿਕਤਾ ਦਾ ਗੁਣ ਪੈਦਾ ਹੁੰਦੇ ਹਨ। ਨੈਕਸਟ ਆ ਗਿਆ ਤੁਹਾਡਾ ਭਾਸ਼ਾ ਅਤੇ ਸ਼ੈਲੀ। ਸੇਮ ਕਵਿਤਾ ਵਾਂਗੂ ਕਿ ਕਿਸੇ ਵੀ ਕਹਾਣੀ ਨੂੰ ਜਦੋਂ ਕੋਈ ਕਵੀ ਲਿਖਦਾ ਤੇ ਉਹਦੀ ਭਾਸ਼ਾ ਦਾ ਉਹਦੇ ਉੱਤੇ ਬਹੁਤ ਅਸਰ ਹੁੰਦਾ, ਕਿਉਂਕਿ ਜਿਹੜੀ ਭਾਸ਼ਾ ਵਿੱਚ ਉਹ ਕੰਫਰਟੇਬਲ ਹੋਊਗਾ, ਜਿਹੜੀ ਭਾਸ਼ਾ ਕਵੀ ਨੂੰ ਆਉਂਦੀ, ਉਹ ਹਮੇਸ਼ਾ ਕਹਾਣੀ ਜਾਂ ਕਵਿਤਾ ਆਪਣੀ ਹੀ ਭਾਸ਼ਾ ਵਿੱਚ ਲਿਖੇਗਾ। ਇਸ ਕਰਕੇ ਇਹਦਾ ਜ਼ਰੂਰੀ ਤੱਤ ਹੈਗਾ ਭਾਸ਼ਾ। ਜੇਕਰ ਕੋਈ ਕਵੀ ਪੰਜਾਬੀ ਬੋਲਦਾ, ਪੰਜਾਬੀ 'ਚ ਕਹਾਣੀਆਂ ਲਿਖੂਗਾ। ਜੇਕਰ ਕੋਈ ਹਿੰਦੀ ਬੋਲਦਾ ਤੇ ਉਹ ਹਿੰਦੀ ਵਿੱਚ ਕਹਾਣੀਆਂ ਲਿਖੂਗਾ। ਸ਼ੈਲੀ ਦਾ ਮਤਲਬ ਹੁੰਦਾ ਵਾ ਢੰਗ ਤਰੀਕਾ। ਹਰੇਕ ਕਵੀ ਦਾ
ਕਿਸੇ ਵੀ ਕਹਾਣੀ ਜਾਂ ਕਵਿਤਾ ਨੂੰ ਲਿਖਣ ਵਾਸਤੇ ਆਪਣਾ ਇੱਕ ਸਟਾਈਲ, ਆਪਣਾ ਇੱਕ ਢੰਗ ਤਰੀਕਾ ਹੁੰਦਾ ਵਾ। ਉਹ ਆਪਣੇ ਸਟਾਈਲ ਵਿੱਚ ਆਪਣੀਆਂ ਜਿਹੜੀਆਂ ਕਹਾਣੀਆਂ ਉਹਦੀ ਸਿਰਜਣਾ ਕਰਦਾ ਵਾ। ਕੁਝ ਕਹਾਣੀਕਾਰ ਜਿਹੜੇ ਨੇ ਉਹ ਆਪਣੇ ਆਲੇ ਦੁਆਲੇ ਤੋਂ ਆਪਣੀਆਂ ਕਹਾਣੀਆਂ ਨੂੰ ਘੜਦੇ ਨੇ, ਯਾਨੀ ਕਿ ਜੋ ਉਹਨਾਂ ਨੂੰ ਦਿਖਾਈ ਦਿੰਦਾ, ਜੋ ਉਹਨਾਂ ਦੇ ਮਨ ਵਿੱਚ ਆਉਂਦਾ ਵਾ ਕਿ ਕਿਹਦੇ ਨਾਲ ਰਿਲੇਟਡ। ਕਈ ਲੋਕ ਧਰਮ ਨਾਲ ਰਿਲੇਟਡ ਕਹਾਣੀਆਂ ਲਿਖਦੇ ਨੇ, ਕੋਈ ਰਾਜਨੀਤੀ ਨਾਲ ਰਿਲੇਟਡ ਕਹਾਣੀਆਂ ਲਿਖਦੇ ਨੇ, ਔਰ ਕੋਈ ਸਮਾਜ ਨਾਲ ਰਿਲੇਟਡ ਕਹਾਣੀਆਂ ਲਿਖਦੇ ਨੇ। ਜਿਵੇਂ ਕਿ ਮੈਂ ਹੁਣੇ ਤੁਹਾਨੂੰ ਇੱਕ ਨਾਟਕ ਦੱਸਿਆ ਸੀਗਾ, ਦੂਜਾ ਵਿਆਹ ਜਿਹੜਾ ਉਹ ਸਮਾਜ ਨਾਲ ਰਿਲੇਟਡ ਸੀਗਾ। ਉਹਦੇ ਵਿੱਚ ਦਹੇਜ ਬਾਰੇ ਉਹਦਾ ਮੋਰਲ ਸੀਗਾ ਕਿ ਉਹਦੀ ਸੱਸ ਨੂੰ ਤਾਨੇ ਤੁੰਨੇ ਮਾਰਦੀ ਰਹਿੰਦੀ ਆ, ਤਾਂ ਦਹੇਜ ਬਾਰੇ ਮਤਲਬ ਹੈਗਾ ਸੀਗਾ। ਉਹ ਹੈਗਾ ਸੀ ਸਮਾਜ ਨਾਲ ਰਿਲੇਟਡ। ਇਸੇ ਤਰ੍ਹਾਂ ਜਦੋਂ ਗੁਰੂਆਂ ਦੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਉਹ ਧਰਮ ਨਾਲ ਰਿਲੇਟਡ ਹੁੰਦੀਆਂ ਨੇ। ਅੱਗੇ ਆ ਗਿਆ ਨੰਬਰ ਕੱਕਾ, ਭਾਗ ਕੱਕਾ, ਉਦੇਸ਼। ਹਰ ਇੱਕ ਕਹਾਣੀ ਕਿਸੇ ਨਾ ਕਿਸੇ ਉਦੇਸ਼ ਨੂੰ ਮੁੱਖ ਰੱਖ ਕੇ ਲਿਖੀ ਹੁੰਦੀ ਹੈ, ਕਿਉਂਕਿ ਹਰ ਇੱਕ ਕਹਾਣੀ ਦਾ ਇੱਕ ਉਦੇਸ਼ ਹੋਣਾ ਚਾਹੀਦਾ, ਔਰ ਹੁੰਦਾ ਵੀ ਹੈ। ਜੇਕਰ ਕਹਾਣੀ ਦਾ ਕੋਈ ਉਦੇਸ਼, ਕੋਈ ਐਂਡ ਹੀ ਨਹੀਂ ਹੋਊਗਾ, ਕੋਈ ਉਦੇਸ਼ ਹੀ ਨਹੀਂ ਹੋਊਗਾ, ਤਾਂ ਕੋਈ ਮੋਰਲ ਹੀ ਨਹੀਂ ਹੋਊਗਾ, ਤੇ ਉਹ ਕਹਾਣੀ ਪੜ੍ਹਨ ਦਾ ਕੋਈ ਇੰਟਰਸਟ ਨਹੀਂ ਹੁੰਦਾ ਕਿਸੇ ਨੂੰ। ਹਰ ਕਹਾਣੀ ਕਿਸੇ ਨਾ ਕਿਸੇ ਉਦੇਸ਼ ਨੂੰ ਮੁੱਖ ਰੱਖ ਕੇ ਲਿਖੀ ਹੁੰਦੀ ਹੈ। ਹਰ ਇੱਕ ਕਹਾਣੀਕਾਰ ਆਪਣੇ ਉਦੇਸ਼ ਨੂੰ ਕਹਾਣੀ ਦੇ ਪਾਤਰਾਂ ਤੇ ਘਟਨਾਵਾਂ ਰਾਹੀਂ ਪੇਸ਼ ਕਰਦਾ ਹੈ। ਅਜਿਹੀਆਂ ਕਹਾਣੀਆਂ ਵਿੱਚ ਆਮ ਕਰਕੇ ਕਿਸੇ ਸੱਚ ਨੂੰ ਦਰਸਾਇਆ ਹੁੰਦਾ ਹੈ, ਅਤੇ ਇਹ ਸੱਚ ਮਨੋਵਿਗਿਆਨਕ ਵੀ ਹੋ ਸਕਦਾ ਹੈ, ਸਮਾਜਿਕ ਜਾਂ ਆਰਥਿਕ ਵੀ ਹੋ ਸਕਦਾ ਹੈ। ਮਨੁੱਖੀ ਚਰਿੱਤਰ ਨੂੰ ਕਹਾਣੀ ਵਿੱਚ ਪੇਸ਼ ਕਰਨਾ ਕਹਾਣੀਕਾਰ ਦਾ ਵਿਸ਼ੇਸ਼ ਮੰਤਵ ਹੁੰਦਾ ਹੈ। ਬਸ ਇੰਨੀਆਂ ਕੁ ਲਾਈਨਾਂ ਹੀ ਆਪਾਂ ਅੰਡਰਲਾਈਨ ਕਰਾਂਗੇ। ਨੈਕਸਟ ਆ ਗਿਆ ਸਿਰਜਣ ਵਿਧੀ, ਕਿ ਉਹਨੂੰ ਕਿਵੇਂ ਸਿਰਜਣਾ ਵਾ, ਕਿਵੇਂ ਲਿਖਣਾ ਵਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਹਾਣੀ ਲਿਖਣਾ ਜਾਂ ਸਿਰਜਣ ਲਈ ਕੋਈ ਖਾਸ ਵਿਧੀ ਨਹੀਂ ਹੁੰਦੀ, ਕਿਉਂਕਿ ਇਹ ਸਭ ਕੁਝ ਲੇਖਕ ਦੀ ਆਪਣੀ ਰੁਚੀ ਤੇ ਨਿਰਭਰ ਕਰਦਾ ਹੈ। ਫਿਰ ਵੀ ਹੁਣ ਤੱਕ ਲਿਖੀਆਂ ਅਨੇਕਾਂ ਕਹਾਣੀਆਂ ਦੀ ਪਰਖ ਤੋਂ ਬਾਅਦ ਕੁਝ ਅਜਿਹੇ ਨਿਯਮ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਕਹਾਣੀਕਾਰ ਕਿਸੇ ਨਾ ਕਿਸੇ ਸੀਮਾ ਤੱਕ ਅਪਣਾਉਣ ਦਾ ਯਤਨ ਕਰਦੇ ਹਨ। ਮੁੱਖ ਤੌਰ ਤੇ ਕਹਾਣੀ ਦੀ ਬਣਤਰ ਨੂੰ 4 ਭਾਗਾਂ ਵਿੱਚ ਵੰਡਿਆ ਗਿਆ ਹੈ। ਆਰੰਭ, ਇਹ ਸਾਰਿਆਂ ਨੂੰ ਪਤਾ ਕਿ ਸਟਾਰਟਿੰਗ ਹੁੰਦੀ, ਪਹਿਲਾਂ ਆਰੰਭ ਹੁੰਦਾ ਵਾ, ਫਿਰ ਉਹਦੇ ਵਿੱਚ ਮੱਧ ਵਿੱਚ ਉਹ ਸਟੋਰੀ ਚੱਲਦੀ ਆ, ਉਸ ਤੋਂ ਬਾਅਦ ਸ਼ਿਖਰ ਤੇ ਪਹੁੰਚਦੀ ਜਿਹਨੂੰ ਆਪਾਂ ਕਲਾਈਮੈਕਸ ਕਹਿੰਦੇ ਆ, ਫਿਰ ਉਹਦਾ ਅੰਤ ਹੁੰਦਾ। ਇਸੇ ਤਰ੍ਹਾਂ ਫੋਰ ਐਗਜ਼ਾਮਪਲ ਜਿਵੇਂ ਅਸੀਂ ਕੋਈ ਮੂਵੀ ਦੇਖਦੇ ਹਾਂ, ਪੰਜਾਬੀ ਮੂਵੀ ਲਗਾ ਲਓ ਜਾਂ ਕੋਈ ਹਿੰਦੀ ਲਗਾ ਲਓ, ਸਭ ਤੋਂ ਪਹਿਲਾਂ ਸਟਾਰਟਿੰਗ ਹੁੰਦੀ, ਸਟਾਰਟਿੰਗ ਵਿੱਚ ਥੋੜੀ ਜਿਹੀ ਬੋਰਿੰਗ ਲੱਗਦੀ, ਫਿਰ ਥੋੜਾ ਮੱਧ ਹੁੰਦਾ, ਉਹਦੇ ਵਿੱਚ ਸਟੋਰੀ ਦਾ ਇੰਟਰਸਟ ਵੱਜਦਾ, ਫਿਰ ਕਲਾਈਮੈਕਸ ਹੁੰਦਾ। ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਕਿਸ ਤਰ੍ਹਾਂ ਦਾ ਐਂਡ ਹੋਊਗਾ, ਕਿਵੇਂ ਹੋਊਗਾ, ਫਿਰ ਆਉਂਦਾ ਅੰਤ। ਫਿਰ ਐਂਡ ਤੋਂ ਉਹਦਾ ਉਦੇਸ਼ ਪਤਾ ਲੱਗ ਜਾਂਦਾ ਕਿ ਇਹਦਾ ਮੋਰਲ ਕੀ ਸੀ, ਕੀ ਸਟੋਰੀ ਸੀਗੀ। ਇਹਦੇ 4 ਭਾਗਾਂ 'ਚ ਆਰੰਭ, ਮੱਧ, ਸ਼ਿਖਰ ਔਰ ਅੰਤ, ਇਹ 4 ਜਿਹੜੀਆਂ ਚੀਜ਼ਾਂ ਨੇ ਇਹ ਕਹਾਣੀ ਨੂੰ ਸਿਰਜਣ ਵਿੱਚ ਮਦਦ ਕਰਦੀਆਂ ਨੇ। ਸਿਰਜਣ ਵਿਧੀ ਵਿੱਚ ਇਹ 4 ਚੀਜ਼ਾਂ ਦਾ ਹੋਣਾ ਜ਼ਰੂਰੀ ਆ, ਆਰੰਭ, ਮੱਧ, ਸਿਖਰ ਔਰ ਅੰਤ। ਅੱਗੇ ਆ ਗਿਆ ਸਿਰਲੇਖ। ਅੰਤ ਤੋਂ ਅੱਗੇ ਹੈਗਾ ਸਿਰਲੇਖ। ਕੀ ਇਹਨਾਂ ਭਾਗਾਂ ਤੋਂ ਛੁੱਟ ਕਹਾਣੀ ਵਿੱਚ ਪੇਜ ਨੰਬਰ 37 ਤੇ ਆ ਸਿਰਲੇਖ। ਇਹਨਾਂ ਭਾਗਾਂ ਤੋਂ ਛੁੱਟ ਕਹਾਣੀ ਵਿੱਚ ਸਿਰਲੇਖ ਦਾ ਵੀ ਖਾਸ ਮਹੱਤਵ ਹੈ। ਅਸਲ ਵਿੱਚ ਸਿਰਲੇਖ ਦਾ ਅਹਿਸਾਸ ਸਾਰੀ ਕਹਾਣੀ ਵਿੱਚ ਪਸਰਿਆ ਰਹਿੰਦਾ ਹੈ। ਉਸਦੀ ਘਟਨਾ ਇਸਦੀ ਸਾਰਥਕਤਾ ਨੂੰ ਸਿੱਧ ਕਰਨ ਲਈ ਗਤੀਮਾਨ ਹੁੰਦੀ। ਸਿਰਲੇਖ ਯਾਨੀ ਕਿ ਸਾਰੀ ਸਟੋਰੀ ਜਾਂ ਸਾਰੀ ਕਹਾਣੀ ਪੜ੍ਹਨ ਦੇ ਵਿੱਚ ਪਤਾ ਲੱਗਦਾ ਕਿ ਇਹ ਕੀ ਚੱਲ ਰਿਹਾ, ਕਿਸ ਤਰ੍ਹਾਂ ਦਾ ਸਿਰਲੇਖ ਆ। ਪੇਜ ਨੰਬਰ 36 ਤੇ ਮੈਂ ਤੁਹਾਨੂੰ ਆਰੰਭ, ਮੱਧ ਔਰ ਸਿਖਰ ਦੀਆਂ 2-2 ਲਾਈਨਾਂ ਅੰਡਰਲਾਈਨ ਕਰਾ ਦਿੰਨੀ ਆ। ਸਭ ਤੋਂ ਪਹਿਲੇ ਹੈਗਾ ਆਰੰਭ। ਕਹਾਣੀ ਦੀ ਸਿਰਜਣ ਦੇ ਪਹਿਲੇ ਭਾਗ ਨੂੰ ਆਰੰਭ ਜਾਂ ਮੁੱਢ ਕਿਹਾ ਜਾਂਦਾ ਹੈ। ਇਹ ਝਟਪਟ ਨਾਲ ਅਤੇ ਹੈਰਾਨੀ ਨਾਲ ਭਰਿਆ ਹੁੰਦਾ ਹੈ। ਚੰਗੀ ਕਹਾਣੀ ਦਾ ਪਹਿਲਾ ਵਾਕ ਹੀ ਕਹਾਣੀ ਦੇ ਆਤਮਾ ਦਾ ਬੋਧ ਕਰਾ ਦਿੰਦੀ ਹੈ। ਇਸ ਨਾਲ ਕਹਾਣੀ ਦੇ ਵਿਸ਼ੇ ਜਾਂ ਮੁੱਖ ਪਾਤਰ ਨਾਲ ਕੁਝ ਜਾਣ ਪਹਿਚਾਣ ਹੋ ਜਾਂਦੀ ਹੈ। ਪਾਠਕ ਹੁੰਦੇ ਪੜ੍ਹਨ ਵਾਲੇ, ਪਾਠਕਾਂ ਦੀ ਮਾਨਸਿਕਤਾ ਨੂੰ ਵਿਸ਼ੇ ਦੇ ਅਨੁਰੂਪ ਬਦਲ ਲਿਆ ਜਾਂਦਾ ਹੈ। ਬਸ ਇੰਨਾ ਹੀ ਬਹੁਤ ਹੈ। ਕਹਿੰਦੇ ਕਿ ਇਹਦਾ ਆਰੰਭ ਜਿਹੜਾ ਸੁਆਦਲਾ, ਰੌਚਕ ਅਤੇ ਆਕਰਸ਼ਕ ਹੋਣਾ ਕਿਸੇ ਕਹਾਣੀ ਨੂੰ ਅੰਤ ਤੱਕ ਪੜ੍ਹਨ ਲਈ ਪਾਠਕ ਨੂੰ ਮਜਬੂਰ ਕਰ ਦਿੰਦਾ। ਆਪਾਂ ਮਜਬੂਰ ਲਿਖਾਂਗੇ, ਵਿੱਚ ਕੁਝ ਲਾਈਨਾਂ ਆਪਣੇ ਕੋਲੋਂ ਪਾ ਲਾਂਗੇ। ਅੱਗੇ ਆ ਗਿਆ ਮੱਧ। ਇਸ ਭਾਗ ਵਿੱਚ ਕਹਾਣੀ ਦੀ ਵਸਤੂ ਦਾ ਬਿਆਨ ਹੁੰਦਾ ਹੈ। ਇੱਥੇ ਹੀ ਘਟਨਾ ਦਾ ਵਿਕਾਸ ਕਰਨਾ ਸ਼ੁਰੂ ਹੋ ਜਾਂਦਾ ਹੈ ਤੇ ਸਹਿਜੇ ਹੀ ਸਿਖਰ ਵੱਲ ਜਾਂਦੀ ਹੈ। ਸਿਖਰ ਵੱਲ ਜਾਂਦੀ ਹੈ ਨਾ, ਸਿਫਰ ਲਿਖਿਆ ਗਲਤ ਹੋਇਆ, ਵਰਡਿੰਗ ਗਲਤ ਹੈ, ਸਿਖਰ ਵੱਲ ਜਾਂਦੀ ਹੈ। ਇਹ ਵਿਸ਼ੇ ਦੀ ਉਸਾਰੀ ਅਤੇ ਵਿਸਥਾਰ ਨਾਲ ਭਰੀ ਹੁੰਦੀ ਹੈ। ਬਸ 2 ਲਾਈਨਾਂ ਦੇ ਵਿੱਚ ਕਰਾਂਗੇ। ਅੱਗੇ ਆ ਗਿਆ ਸਿਖਰ, ਜਿਹਨੂੰ ਆਪਾਂ ਕਲਾਈਮੈਕਸ ਕਹਿੰਦੇ ਹਾਂ। ਕਹਾਣੀ ਦਾ ਤੀਜਾ ਅੰਗ ਹੈ। ਮੱਧ ਭਾਗ ਵਿਚਲੀ ਸਾਰੀ ਸਮੱਗਰੀ ਤੇ ਗੁੰਝਲਦਾਰ ਖੁੱਲਣ ਦੇ ਨੇੜੇ ਪਹੁੰਚ ਕੇ ਅਚਾਨਕ ਪਾਠਕ ਦੀ ਸੋਚ ਜਾਂ ਬਿਰਤੀ ਨੂੰ ਇੱਕ ਝਟਕਾ ਜਿਹਾ ਦਿੰਦੀ ਹੈ। ਇਸ ਨੂੰ ਵਿਸਫੋਟ ਵੀ ਕਿਹਾ ਜਾਂਦਾ ਹੈ। ਪਾਠਕ ਲਈ ਵਿਸਮਾਦਵਾਦੀ ਅਵਸਥਾ ਪਸਰ ਜਾਂਦੀ ਹੈ। ਉਸ ਨੂੰ ਇੱਕ ਸਰੂਰ ਜਿਹਾ ਨਸ਼ਾ ਜਿਹਾ ਹੁੰਦਾ ਹੈ ਜਦੋਂ ਕਲਾਈਮੈਕਸ ਤੇ ਹੁੰਦਾ। ਉਹ ਸਿਖਰ ਉੱਤੇ ਪਹੁੰਚ ਕੇ ਗੁੰਝਲ ਖੁੱਲ ਜਾਂਦੀ ਹੈ, ਜੀਵਨ ਦਾ ਰਹੱਸ ਪ੍ਰਗਟ ਹੋ ਜਾਂਦਾ ਹੈ। ਬਸ ਇੰਨਾ ਆਪਾਂ 4 ਲਾਈਨਾਂ ਕਰਾਂਗੇ,
ਉਸ ਤੋਂ ਬਾਅਦ ਅੰਤ ਦਾ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਉਹਦਾ ਐਂਡ ਹੁੰਦਾ ਵਾ ਕਿਸੇ ਵੀ ਸਟੋਰੀ ਦਾ। ਸਿਖਰ ਤੋਂ ਬਾਅਦ ਕਹਾਣੀ ਦੇ ਅੰਤ ਦਾ ਸਥਾਨ ਹੈ। ਸਿਖਰ ਤੇ ਪਹੁੰਚ ਕੇ ਜਦੋਂ ਗੁੰਝਲ ਖੁੱਲਦੀ ਹੈ ਤੇ ਪਾਠਕਾਂ ਨੂੰ ਇੱਕ ਹਲੂਣਾ ਜਿਹਾ ਮਹਿਸੂਸ ਹੁੰਦਾ, ਉਦੋਂ ਤੁਰੰਤ ਇੱਕ ਦੋ ਵਾਕਾਂ ਵਿੱਚ ਕਹਾਣੀ ਦਾ ਅੰਤ ਕਰ ਦਿੱਤਾ ਜਾਂਦਾ ਹੈ। ਅੱਗੇ ਆ ਗਿਆ ਇਕਾਈ 5। ਇਕਾਈ 5 ਇਹਦੇ ਵਿੱਚ ਕੁਝ ਉਹਨਾਂ ਨੇ ਕਵਿਤਾਵਾਂ ਦੀਆਂ ਲਾਈਨਾਂ ਦਿੱਤੀਆਂ, ਕਵਿਤਾਵਾਂ ਦਿੱਤੀਆਂ, ਜਿਹਦੇ ਵਿੱਚ ਉਹਨਾਂ ਨੇ ਤੁਹਾਨੂੰ ਕੁਝ 2 ਜਾਂ 4 ਲਾਈਨਾਂ ਦੇ ਕੇ ਉਹਨਾਂ ਨੇ ਕਹਿਣਾ ਇਹਨਾਂ ਕਵਿਤਾ ਦੀਆਂ ਜਿਹੜੀਆਂ ਲਾਈਨਾਂ ਦਿੱਤੀਆਂ ਇਹਨਾਂ ਦੇ ਕੇਂਦਰੀ ਭਾਵ ਦੱਸੋ। ਔਰ ਇਹ ਕੁਐਸਚਨ ਆਉਣਾ ਤੁਹਾਨੂੰ 2 ਮਾਰਕਸ ਦਾ। ਇਹਦੇ ਵਿੱਚ ਜਿਹੜੇ ਇੰਪੋਰਟੈਂਟ ਕੇਂਦਰੀ ਭਾਵ ਜਿਨ੍ਹਾਂ ਦੇ ਆ ਸਕਦੇ ਨੇ ਉਹ ਹੈਗੇ ਨੇ 42 ਤੇ। ਸਭ ਤੋਂ ਪਹਿਲਾਂ ਹੈਗਾ ਮੂਲ ਮੰਤਰ। ਮੂਲ ਮੰਤਰ ਦਾ ਇੱਕ ਕੇਂਦਰੀ ਭਾਵ ਦੇ ਵਿੱਚ ਨਾ ਜਿਹੜੇ ਕਵੀ ਹੈ ਨਾ ਉਹਦਾ ਜ਼ਰੂਰ ਸਾਨੂੰ ਨਾਮ ਪਤਾ ਹੋਣਾ ਚਾਹੀਦਾ। ਜੇਕਰ ਕਵੀ ਦਾ ਆਪਾਂ ਨਾਮ ਸਹੀ ਲਿਖਾਂਗੇ ਔਰ ਲਾਈਨਾਂ ਦੇ ਵਿੱਚੋਂ ਪੜ੍ਹ ਕੇ ਆਪਣੇ ਕੋਲੋਂ ਵੀ ਕੇਂਦਰੀ ਭਾਵ ਅਸੀਂ ਬਣਾ ਸਕਦੇ ਹਾਂ ਤੇ ਫਿਰ ਸਾਡੇ ਵਧੀਆ ਮਾਰਕਸ ਆ ਜਾਂਦੇ ਆ। ਸਭ ਤੋਂ ਪਹਿਲੇ ਹੈਗਾ ਮੂਲ ਮੰਤਰ, ਵੈਰੀ ਇੰਪੋਰਟੈਂਟ ਆ, 2 ਮਾਰਕਸ ਆ। ਔਰ 10 ਦਾ ਵੀ ਹੁੰਦਾ ਜਿਹਦੀ 2 ਮਾਰਕਸ ਆ। ਉਸ ਤੋਂ ਅੱਗੇ ਹੈਗੇ ਇੰਪੋਰਟੈਂਟ 44 ਤੇ ਗੁਲਾਬ ਦਾ ਫੁੱਲ। ਗੁਲਾਬ ਦਾ ਫੁੱਲ ਵੈਰੀ ਇੰਪੋਰਟੈਂਟ ਆ ਕਿਉਂਕਿ ਇਹਦੇ ਵਿੱਚ ਹੈ ਹੀ 4 ਲਾਈਨਾਂ ਔਰ ਇਹ ਜ਼ਰੂਰ ਆਉਂਦਾ ਵਾ। 4 ਲਾਈਨਾਂ ਦੀ ਇਹ ਕਵਿਤਾ ਵਾ ਔਰ 4 ਲਾਈਨਾਂ ਦੇ ਪ੍ਰਸੰਗ ਆ ਜਾਂਦਾ ਵਾ। ਜਿਵੇਂ ਕਿ ਲਿਖਿਆ ਡਾਲੀ ਨਾਲੋਂ ਤੋੜਨਾ ਸਾਨੂੰ ਅਸਾਂ ਹੱਟ ਮਹਿਕਤੀ ਲਾਈ, ਲੱਖ ਗਾਹਕ ਜੇ ਸੁੰਘ ਕੇ ਲੰਘੇ ਖਾਲੀ ਇੱਕ ਨਾ ਜਾਈ, ਤੂੰ ਜੇ ਇੱਕ ਤੋੜ ਕੇ ਲੈ ਗਿਓ ਇੱਕ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਨਸ ਜਾਈ। ਪ੍ਰਸੰਗ ਇਹਦਾ ਦਿੱਤਾ, ਪ੍ਰਸੰਗ ਸਹਿਤ ਵਿਆਖਿਆ ਨਾ ਪੁੱਛਣੀ ਜਾਂ ਕੇਂਦਰੀ ਭਾਵ ਪੁੱਛ ਸਕਦੇ ਨੇ। ਇਹ ਕਵਿਤਾ ਭਾਈ ਵੀਰ ਸਿੰਘ ਦੀ, ਇਹ ਵੈਰੀ ਇੰਪੋਰਟੈਂਟ ਕਵਿਤਾ ਜੋ ਭਾਈ ਵੀਰ ਸਿੰਘ ਦੀ। ਇਹਦਾ ਨਾਮ ਹੈਗਾ ਸੁੱਖਣ ਦੇ ਸੂਰਜ। ਕਾਵ ਸੰਗ੍ਰਹਿ ਗੁਲਾਬ ਦਾ ਫੁੱਲ। ਸੁੱਖਣ ਦੇ ਸੂਰਜ ਉਹਨਾਂ ਦਾ ਕਾਵ ਸੰਗ੍ਰਹਿ ਜਾਣੀ ਕਿ ਬੁੱਕ ਦਾ ਨਾਮ ਆ ਔਰ ਉਹਦੇ ਵਿੱਚ ਇਹ ਕਵਿਤਾ ਵਾ ਗੁਲਾਬ ਦਾ ਫੁੱਲ। ਤੋੜਨ ਵਾਲੇ ਨੂੰ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਗੁਲਾਬ ਦੇ ਫੁੱਲ ਦਾ ਮਾਨਵੀਕਰਨ ਕੀਤਾ ਹੈ, ਜਾਣੀ ਕਿ ਗੁਲਾਬ ਦੇ ਫੁੱਲ ਦੀ ਮਨ ਦੀ ਗੱਲ ਕਹੀ ਆ ਤੇ ਸਾਰੀ ਕਵਿਤਾ ਉਸਦੇ ਮੂੰਹੋਂ ਖਵਾਈ ਹੈ। ਇਸ ਰਾਹੀਂ ਕਵੀ ਨੇ ਮਨੁੱਖ ਨੂੰ ਗੁਲਾਬ ਦਾ ਫੁੱਲ ਨੂੰ ਤੋੜਨ ਦੀ ਥਾਂ ਉਸਦੀ ਸੁੰਦਰਤਾ ਨੂੰ ਮਾਨਣ ਦਾ ਉਪਦੇਸ਼ ਦਿੱਤਾ ਹੈ। ਜਾਣੀ ਕਿ ਕਵੀ ਕਹਿੰਦਾ ਕਿ ਫੁੱਲ ਨੂੰ ਕਦੀ ਤੋੜਨਾ ਨਹੀਂ ਚਾਹੀਦਾ ਕਿਉਂਕਿ ਫੁੱਲ ਖੁਦ ਕਹਿੰਦਾ ਕਿ ਸਾਡੇ ਕੋਲ ਇੱਕ ਖੁਸ਼ਬੂ ਦੀ ਆਪਾਂ ਦੁਕਾਨ ਲਾਈ ਹੋਈ ਆ, ਸਿਰਫ ਤੂੰ ਉਹਨੂੰ ਸੁੰਘ ਕੇ ਚਲਾ ਜਾ, ਤੋੜੀ ਨਾ, ਤਾਂ ਕਿ ਹੋਰ ਵੀ ਕੋਈ ਆਵੇ ਤੇ ਸਾਨੂੰ ਸਾਡੀ ਮਹਿਕ ਲੈ ਸਕੇ। ਵਿਆਖਿਆ ਵਿੱਚ ਸਾਰਾ ਕੁਝ ਉਹਨੇ ਕਹਿ ਦਿੱਤਾ ਵਾ। ਕਵੀ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਕਹਿ ਰਿਹਾ ਹੈ ਕਿ ਤੂੰ ਮੈਨੂੰ ਡਾਲੀ ਨਾਲੋਂ ਨਾ ਤੋੜ ਕਿਉਂਕਿ ਮੈਂ ਮਹਿਕਾਂ ਦੀ ਹੱਟੀ ਲਾਈ ਹੋਈ ਹੈ। ਜੇਕਰ ਇਸ ਹੱਟੀ ਦੇ ਲੱਖਾਂ ਗਾਹਕ ਵੀ ਖੁਸ਼ਬੂ ਲੈਣ ਆਉਣ ਤਾਂ ਇੱਕ ਵੀ ਖਾਲੀ ਨਹੀਂ ਜਾਵੇਗਾ, ਪਰ ਜੇਕਰ ਤੂੰ ਇਕੱਲਾ ਮੈਨੂੰ ਤੋੜ ਕੇ ਲੈ ਗਿਆ ਤਾਂ ਮੈਂ ਕੇਵਲ ਤੇਰੇ ਜੋਗਾ ਹੀ ਰਹਿ ਜਾਵਾਂਗਾ ਅਤੇ ਮਹਿਕ ਨਹੀਂ ਦੇ ਸਕਾਂਗਾ, ਸਗੋਂ ਘੜੀਆਂ ਪਲਾਂ ਵਿੱਚ ਹੀ ਮੁਰਝਾ ਜਾਵਾਂਗਾ, ਮੇਰੀ ਸਾਰੀ ਸੁੰਦਰਤਾ ਖਤਮ ਹੋ ਜਾਏਗੀ। ਇਹ ਮੈਂ ਤੁਹਾਨੂੰ ਇੱਕ ਦੀ ਡਿਟੇਲ ਇਸ ਕਰਕੇ ਦੱਸੀ ਆ ਤਾਂ ਕਿ ਤੁਹਾਨੂੰ ਇੱਥੋਂ ਪੜ੍ਹ ਕੇ ਸਮਝ ਆ ਜਾਏ ਕਿ ਵੈਰੀ ਇੰਪੋਰਟੈਂਟ ਹੈ ਇਹ ਔਰ ਸਮਝ ਵੀ ਤੁਹਾਨੂੰ ਆ ਗਈ ਹੋਏਗੀ। ਅੱਗੇ ਆ ਗਿਆ ਅਗਲਾ ਇੰਪੋਰਟੈਂਟ ਹੈ ਕੋਈ ਆਇਆ ਸਾਡੇ ਵਿਹੜੇ। ਇਹ ਵੀ ਵੈਰੀ ਇੰਪੋਰਟੈਂਟ ਹੈ। ਇਹ ਲਿਖਿਆ ਹੋਇਆ ਇਹ ਕਾਵ ਟੋਟਾ ਵੀ ਸੁੱਖਣ ਦੇ ਸੂਰਜ ਵਿੱਚੋਂ ਆ ਔਰ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਆ। ਕਵੀ ਦਾ ਨਾਮ ਯਾਦ ਹੋਣਾ ਚਾਹੀਦਾ ਔਰ ਜਿਹੜਾ ਉਹਨਾਂ ਨੇ ਕਾਵ ਟੋਟਾ ਸੁੱਖਣ ਦੇ ਸੂਰਜ ਕਾਵ ਹੈ ਇਹਦਾ ਪਤਾ ਹੋਣਾ ਚਾਹੀਦਾ। ਬਾਕੀ ਮਾਰਕਸ ਆਪਾਂ ਆਪਣੇ ਤਰੀਕੇ ਨਾਲ ਉਹਦੇ ਵਿੱਚੋਂ 4 ਲਾਈਨਾਂ ਵਿੱਚੋਂ ਪੜ੍ਹ ਕੇ ਉਹਦਾ ਜਿਹੜਾ ਵਿਆਖਿਆ ਉਹ ਅਸੀਂ ਖੁਦ ਕਰ ਸਕਦੇ ਹਾਂ। ਉਸ ਤੋਂ ਅੱਗੇ ਵੈਰੀ ਇੰਪੋਰਟੈਂਟ ਹੈਗਾ ਵਾ ਜਿੰਮੀ ਪੁੱਛੇ ਅਸਮਾਨ 46 ਬਾਬਾ ਫਰੀਦ ਸ਼ੇਖ ਫਰੀਦ ਜੀ ਦੀ ਆ। ਸ਼ੇਖ ਫਰੀਦ ਜੀ ਦੀਆਂ ਵੀ ਕਵਿਤਾਵਾਂ ਬਹੁਤ ਹੀ ਫੇਮਸ ਆ, ਇਹਦੇ ਵਿੱਚੋਂ ਵੀ ਕੋਈ ਆਉਂਦਾ ਹੁੰਦਾ ਜ਼ਰੂਰ। ਉਸ ਤੋਂ ਅੱਗੇ ਆ ਗਿਆ ਕੰਡਿਆਲੀ ਥੋਰ ਸ਼ਿਵ ਕੁਮਾਰ ਬਟਾਲਵੀ ਦੀ, ਵੈਰੀ ਇੰਪੋਰਟੈਂਟ। ਇਹਦਾ ਵੀ ਕੇਂਦਰੀ ਭਾਵ ਔਰ ਵਿਆਖਿਆ ਆਉਂਦੀ ਆ। ਪ੍ਰਸੰਗ ਸਹਿਤ ਵਿਆਖਿਆ 10 ਮਾਰਕਸ ਦੀ ਔਰ ਕੇਂਦਰੀ ਭਾਵ ਜਿਹੜਾ ਉਹ 2 ਮਾਰਕਸ ਆਉਂਦਾ ਜੀ 49 ਪੇਜ ਤੇ।